ਕਾਂਚੀ ਟੀਵੀ ਦੇਖ ਰਹੇ ਦੁਨੀਆ ਭਰ ਦੇ ਵਿੱਚ ਸਾਰੇ ਹੀ ਦਰਸ਼ਕਾਂ ਨੂੰ, ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਮਨੋਹਰ ਦੁੱਗਲ ਵੱਲੋਂ ਜੈ ਗੁਰਦੇਵ, ਜੈ ਭੀਮ, ਜੈ ਭਗਵਾਨ ਵਾਲਮੀਕੀ ਜੀ। ਸੋ ਅੱਜ ਫਿਰ ਆਪ ਜੀ ਦੇ ਰੂਬਰੂ ਹੋ ਰਿਹਾ ਹਾਂ ਕਿਉਂਕਿ ਸਾਡੇ ਬਹੁਤ ਹੀ ਰਿਸਪੈਕਟਡ, ਮਾਣਯੋਗ, ਸਤਿਕਾਰਯੋਗ ਸਾਡੇ ਵੀਰ ਜੋ ਹਰ ਐਤਵਾਰ ਨੂੰ ਪ੍ਰੋਗਰਾਮ ਲੈ ਕੇ ਆਉਂਦੇ ਹਨ, ਅੱਜ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਔਰ ਉਹਨਾਂ ਦੀ ਹੀ ਹੁਕਮ ਅਨੁਸਾਰ ਅੱਜ ਫਿਰ ਆਪ ਜੀ ਦੇ ਸਮਕਸ਼ਾਂ ਪ੍ਰੋਗਰਾਮ ਲੈ ਕੇ ਔਰ ਪ੍ਰੋਗਰਾਮ ਜੋ ਹਰਬੰਸ ਲਾਲ ਸ਼ੌਂਕੀ ਜੀ ਲੈ ਕੇ ਆਉਂਦੇ ਹਨ, ਰਵਿਦਾਸ ਰਹੇ ਪ੍ਰਸੰਨ। ਸੋ ਅੱਜ ਦਾਸ ਆਪ ਜੀ ਦੇ ਸਮਕਸ਼ ਪ੍ਰੋਗਰਾਮ ਲੈ ਕੇ ਹਾਰ। ਸਭ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪਹਿਲਾਂ ਪੂਰੇ ਸੰਸਾਰ ਨੂੰ 2021 ਜੋ ਸਾਲ ਚੜ੍ਹਿਆ ਹੈ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਲੱਖ ਲੱਖ ਮੁਬਾਰਕਾਂ ਦੇ ਰਹੇ ਹਾਂ ਔਰ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਇਹ ਨਵਾਂ ਸਾਲ ਦੇਸ਼, ਕੌਮ, ਸਮਾਜ, ਪੂਰੇ ਸੰਸਾਰ ਵਾਸਤੇ ਖੁਸ਼ੀਆਂ ਲੈ ਕੇ ਆਵੇ, ਤੰਦਰੁਸਤੀਆਂ ਲੈ ਕੇ ਆਵੇ ਔਰ ਸਾਰੇ ਹੀ ਜਿੰਨੇ ਵੀ ਜਿਹੜਾ ਜੀਵਨ ਸਾਡਾ ਪਹਿਲਾਂ ਸਰੀਰਤਾ ਦੇ ਨਾਲ ਚੱਲ ਰਿਹਾ ਸੀਗਾ, ਬੜਾ ਆਸਾਨੀ ਦੇ ਨਾਲ ਚੱਲ ਰਿਹਾ ਸੀ, ਉਸੇ ਤਰ੍ਹਾਂ ਹੀ ਚੱਲੇ। ਔਰ ਇੱਕ ਵਾਰ ਫਿਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਜੋ ਕ੍ਰਿਸਮਸ ਡੇ ਲੰਘ ਗਿਆ ਹੈ ਉਹਦੀਆਂ ਵੀ ਆਪ ਜੀ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ। ਸੋ ਕਾਂਚੀ ਟੀਵੀ ਇੱਕ ਬਹੁਤ ਵੱਡਾ ਪਲੇਟਫਾਰਮ ਹੈ, ਇੱਕ ਬਹੁਤ ਵੱਡਾ ਅਦਾਰਾ ਹੈ। ਇਹ ਸਮਾਜ ਦਾ, ਕੌਮ ਦਾ ਟੀਵੀ ਹੈ। ਇਹ ਇੱਕ ਉਹ ਪਲੇਟਫਾਰਮ ਹੈ ਜਿੱਥੇ ਬੈਠ ਕੇ ਅਸੀਂ ਆਪਣੇ ਸਮਾਜ ਵਾਸਤੇ, ਆਪਣੇ ਕੌਮ ਵਾਸਤੇ, ਆਪਣੇ ਪੁਰਖਿਆਂ ਦੀ, ਆਪਣੇ ਗੁਰੂਆਂ ਦੀ ਗੱਲ ਕਰ ਸਕਦੇ ਹਾਂ, ਦੁਨੀਆ ਤੱਕ ਪਹੁੰਚਾ ਸਕਦੇ ਹਾਂ। ਇਸ ਕਰਕੇ ਇਸ ਅਦਾਰੇ ਨੂੰ ਸਾਨੂੰ ਸਪੋਰਟ ਕਰਨਾ ਚਾਹੀਦਾ। ਆਓ ਰਲ ਕੇ, ਸਾਰੇ ਹੀ ਮਿਲ ਕੇ ਆਪਾਂ ਇਸ ਪਲੇਟਫਾਰਮ ਨੂੰ ਹੋਰ ਮਜ਼ਬੂਤ ਕਰੀਏ, ਸਪੋਰਟ ਕਰੀਏ ਤਾਂ ਕਿ ਇਸੇ ਤਰ੍ਹਾਂ ਹੀ ਸਾਡੇ ਪੁਰਖਿਆਂ ਦੀਆਂ, ਸਾਡੇ ਮਹਾਂਪੁਰਸ਼ਾਂ ਦੀਆਂ ਗੱਲਾਂ ਇਸ ਟੀਵੀ 'ਤੇ ਹੁੰਦੀਆਂ ਰਹਿਣ। ਸੋ ਜਿਸ ਤਰ੍ਹਾਂ ਸ਼ੌਂਕੀ ਜੀ ਪ੍ਰੋਗਰਾਮ ਲੈ ਕੇ ਆਉਂਦੇ ਆ, ਰਵਿਦਾਸ ਰਹੇ ਪ੍ਰਸੰਨ, ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸ਼ਲੋਕ ਹੈ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਭ ਸੇ ਰਵਿਦਾਸ ਰਹੇ ਪ੍ਰਸੰਨ। ਸੋ ਇਸ ਸ਼ਲੋਕ ਤੋਂ ਉਹਨਾਂ ਨੇ 3 ਸ਼ਬਦ ਜਿਹੜੇ ਆ ਉਹ ਲੈ ਕੇ ਆਉਂਦੇ ਹਨ ਔਰ ਬਹੁਤ ਹੀ ਅੱਛਾ ਲੱਗਦਾ ਹੈ ਕਿ ਇੱਕ ਮਹਾਨ ਸ਼ਲੋਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ, ਕਿ ਉਹ ਇੱਕ ਇਸ ਤਰ੍ਹਾਂ ਦਾ ਰਾਜ ਦੇਖਣਾ ਚਾਹੁੰਦੇ ਆ, ਇੱਕ ਇਸ ਤਰ੍ਹਾਂ ਦੀ ਵਿਵਸਥਾ ਦੇਖਣਾ ਚਾਹੁੰਦੇ ਆ ਜਿੱਥੇ ਹਰ ਇਨਸਾਨ ਨੂੰ, ਹਰ ਪ੍ਰਾਣੀ ਨੂੰ, ਹਰ ਵਿਅਕਤੀ ਨੂੰ ਖਾਣ ਨੂੰ ਭੋਜਨ ਮਿਲੇ, ਪਹਿਨ ਨੂੰ ਕੱਪੜਾ ਮਿਲੇ ਔਰ ਰਹਿਣ ਨੂੰ ਘਰ ਮਿਲੇ। ਨਾ ਕਿ ਸਿਰਫ ਪੰਜਾਬ, ਨਾ ਕਿ ਸਿਰਫ ਆਪਣਾ ਦੇਸ਼, ਬਲਕਿ ਉਹ ਪੂਰੇ ਸੰਸਾਰ ਦੀ ਗੱਲ ਕਰਦੇ ਹਨ। ਸੋ ਇਸ ਤਰ੍ਹਾਂ ਦੇ ਪ੍ਰਵਚਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਔਰ ਇਸ ਤੋਂ ਹੀ ਪ੍ਰੋਗਰਾਮ ਲੈ ਕੇ ਆਉਂਦੇ ਹਨ ਔਰ ਮੈਂ ਹਰਬੰਸ ਲਾਲ ਸ਼ੌਂਕੀ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਬਹੁਤ ਅੱਛਾ ਉਹ ਪ੍ਰੋਗਰਾਮ ਲੈ ਕੇ ਆਉਂਦੇ ਹਨ। ਸੋ ਆਓ ਆਪਾਂ ਅੱਗੇ ਵਧਦੇ ਹਾਂ। ਅੱਜ ਜਿਹੜਾ ਪ੍ਰੋਗਰਾਮ ਆ ਇਹਦੇ 2 ਪਾਰਟ ਹੋਣਗੇ। ਇੱਕ ਤਾਂ ਆਪਾਂ ਇਸ ਜੋ ਸਾਡਾ ਇਹ ਆਵਰ ਚੱਲ ਰਿਹਾ ਆ ਇਹਦੇ ਵਿੱਚ ਗੱਲਬਾਤ ਕਰਾਂਗੇ ਔਰ ਇਸ ਤੋਂ ਬਾਅਦ 1 ਘੰਟਾ ਹੋਰ ਆ ਜਿਹਦੇ ਵਿੱਚ ਅਸੀਂ ਸਾਡੇ ਪੁਰਖੇ ਜਿਹੜੇ ਆ, ਜਿਸ ਤਰ੍ਹਾਂ 1 ਜਨਵਰੀ ਜਿਹੜਾ ਹੈ ਉਹ ਸਾਡਾ ਕੋਰੇਗਾਂਵ, ਭੀਮਾ ਕੋਰੇਗਾਂਵ ਦਾ ਜੋ ਬੈਟਲ ਹੋਇਆ ਸੀ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਔਰ ਜਿਸ ਤਰ੍ਹਾਂ ਅੱਜ 3 ਜਨਵਰੀ ਹੈ, 3 ਜਨਵਰੀ ਨੂੰ ਮਾਤਾ ਸਵਿਤਰੀ ਬਾਈ ਫੂਲੇ ਜੀ ਦਾ ਜਨਮ ਦਿਨ ਹੈ ਜੋ ਕਿ ਬਹੁਤ ਮਹਾਨ ਮਾਤਾ, ਉਹਨਾਂ ਦੇ ਬਾਰੇ ਗੱਲ ਕਰਾਂਗੇ ਔਰ ਅਸੀਂ ਰਵਿਦਾਸੀਆ ਧਰਮ ਬਾਰੇ ਗੱਲ ਕਰਾਂਗੇ ਕਿ ਜੋ ਜਨਗਣਨਾ ਆ ਰਹੀ ਆ ਇਸ ਸਾਲ ਦੇ ਵਿੱਚ, ਕਿਸ ਤਰ੍ਹਾਂ ਅਸੀਂ ਉਸ ਕਾਲਮ ਦੇ ਵਿੱਚ ਆਪਣਾ ਧਰਮ ਜਿਹੜਾ ਆ ਉਹ ਲਿਖਾਉਣਾ ਆ ਔਰ ਉਸ ਤੋਂ ਬਾਅਦ ਅਸੀਂ ਕਿਸਾਨ ਅੰਦੋਲਨ ਦੀ ਥੋੜ੍ਹੀ ਬਹੁਤ ਗੱਲ ਕਰਾਂਗੇ ਜੋ ਇੱਕ ਬਹੁਤ ਚਰਮ ਸੀਮਾ ਤੱਕ ਪਹੁੰਚਿਆ ਹੋਇਆ ਹੈ। ਸੋ ਆਓ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਜਿਸ ਤਰ੍ਹਾਂ ਜਦੋਂ ਸਾਡੇ ਮਹਾਂਪੁਰਸ਼ ਜਾਂ ਕੋਈ ਵੀ ਮਹਾਂਪੁਰਸ਼ ਜੋ ਧਰਤੀ 'ਤੇ ਆਉਂਦੇ ਆ, ਉਹ ਕੁਛ ਦੁਨੀਆ 'ਤੇ ਜਦੋਂ ਅਤਿਆਚਾਰ ਹੋ ਰਹੇ ਹੁੰਦੇ ਆ ਜਾਂ ਕੁਛ ਗਲਤ ਹੋ ਰਿਹਾ ਹੁੰਦਾ ਜਾਂ ਮਨੁੱਖਤਾ ਦਾ ਘਾਣ ਹੋ ਰਿਹਾ ਹੁੰਦਾ ਹੈ ਅਤੇ ਉਹ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਦੇ ਵਾਸਤੇ ਸੰਘਰਸ਼ ਕਰਦੇ ਆ, ਇੱਥੇ ਤੱਕ ਆਪਣੀਆਂ ਜਾਨਾਂ ਵਾਰ ਦਿੰਦੇ ਹਨ ਔਰ ਆਪਣੇ
अंदर ज्ञान प्राप्त करके ब्रह्म ज्ञान प्राप्त करके प्रवचन लिखते हैं, जिन्हां दे प्रवचनों को इकट्ठा करके एक धार्मिक धर्म ग्रंथ बनता है जिथों ये सारी दुनिया चलती है और हर प्राणी जो है वो उन्हां दी शिक्षावां नूं मनदा है, चाहे वो क्रिश्चन धर्म होवे, चाहे वो इस्लाम धर्म होवे, चाहे वो हिंदू धर्म होवे, चाहे वो सिख धर्म होवे, चाहे रविदासिया धर्म होवे, चाहे जैनिज़म होवे, चाहे कोई भी धर्म इस दुनिया दे विच 4000 तो ज़्यादा जिहड़े वो धर्म हैं इस वेले। और जिहड़े धर्म हुंदे आ, जो भी रिलीजन है, वो हर व्यक्ति नूं मानवता, मनुखता और भाईचारा ही सिखाउंदा है। क्योंकि ਜਦੋਂ ਅਸੀਂ ਆਪਣੇ ਧਰਮ ਨੂੰ ਪਿਆਰ ਕਰਦੇ ਹਾਂ, ਆਪਣੇ ਧਰਮ ਨੂੰ ਮੰਨਦੇ ਹਾਂ, ਆਪਣੇ ਧਰਮ ਦੇ ਜੋ ਸਾਡੇ ਧਰਮ ਗੁਰੂ ਆ, ਜੋ ਸਾਡੇ ਰਹਿਬਰ ਹੁੰਦੇ ਹਨ, ਉਹਨਾਂ ਦੇ ਪ੍ਰਵਚਨਾਂ ਨੂੰ ਮੰਨਦੇ ਹਾਂ, ਤੇ ਫਿਰ ਸਾਨੂੰ ਇਹ ਸਿੱਖਿਆਵਾਂ ਮਿਲਦੀਆਂ ਆ ਕਿ ਜਿੰਨੇ ਵੀ ਦੂਸਰੇ ਧਰਮ ਆ, ਸਾਨੂੰ ਉਹਨਾਂ ਦੀ ਵੀ ਜਿਹੜੀ ਬਿਲਕੁਲ ਰਿਸਪੈਕਟ, ਉਹਨਾਂ ਦੀ ਵੀ ਸਤਿਕਾਰ ਜਿਹੜਾ ਆਪਣੇ ਮਨੋਂ ਕਰਨਾ ਚਾਹੀਦਾ ਹੈ। ਸੋ ਜਦੋਂ ਮਹਾਂਪੁਰਸ਼ ਪ੍ਰਵਚਨ ਲਿਖਦੇ ਹਨ, ਉਹਨਾਂ ਤੋਂ ਹੀ ਧਰਮ ਨਿਕਲਦੇ ਹਨ। ਜਿਸ ਤਰ੍ਹਾਂ ਅਸੀਂ कोई भी महापुरुष लगा लो, चाहे वो क्रिश्चन धर्म उन्होंने सूली ते लटकाया गया, चाहे इस्लाम धर्म, क्योंकि वो दुनिया नूं एक सीधा रास्ता देना चाहते होंगे। जिस तरह चाहे सिख धर्म भी लै लो, 10वें पातशाही लै लो, उन्होंने कितनियां कुर्बानियां कीतियां, अपने पिता नूं कुर्बान किया, अपने साहिबजादियां नूं कुर्बान किया धर्म के उत्ते, और धर्म सिख धर्म होने दे विच है 1699 दे विच। और ਜਿਹੜੇ ਮਹਾਂਪੁਰਸ਼ ਹੁੰਦੇ ਹਨ, ਜੋ ਇਹ ਪ੍ਰਕਿਰਤੀ ਹੈ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕ੍ਰਿਸ਼ਮਾ ਹੈ, ਜਿਹਦੇ ਵਿੱਚ ਗੁਰਬਾਣੀ ਦੇ ਵਿੱਚ ਜੋ ਪ੍ਰਕਿਰਤੀ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ। ਜਿਸ ਤਰ੍ਹਾਂ ਪਵਨ ਗੁਰੂ ਹੈ, ਪਾਣੀ ਪਿਤਾ ਹੈ, ਧਰਤ ਮਾਤਾ ਮਹਤ ਗੁਰਬਾਣੀ ਦੇ ਵਿੱਚ ਲਿਖਿਆ ਹੈ। ਸੋ ਜੋ ਧਰਮ ਹੈ, ਉਹਦਾ ਮੂਲ ਆਧਾਰ ਜੋ ਹੈ ਉਹ ਦਇਆ ਹੈ। ਜਿੱਥੇ ਦਇਆ ਨਹੀਂ, वो उत्थे धर्म नहीं हो सकता। गुरु ज्ञान का मूल है, धर्म मूल का हितकार। ये सतगुरु रविदास महाराज जी अपने प्रवचनों में दसते हैं कि जिथे दया नहीं है, उत्थे कभी धर्म नहीं हो सकता। सो असी अपने मन दे विच सहज अवस्था दे विच आके, सरलता विच आ गए, भावनात्मक तत्त जिहड़ा अपने मन दे विच उपजदे हैं, फिर असी अपने धर्म दे वल चलते हैं, और फिर असी अपने महापुरुषों नूं मनदे हैं, उन्हां दे प्रवचनों नूं मनदे हैं। पर कई बारी इस तरह हुंदा है कि धर्म के नां ते बड़ियां लड़ाइयां झगड़े हुंदे आ, इत्थे तक कि वाद विवाद हुंदे आ, और इत्थे तक कि हत्यावां भी हुंदियां। पर ये कोई भी धर्म तां ये सिखाउंदा नहीं है। जिस तरह किसी शायर ने भी कहा है, मजहब नहीं सिखाता आपस में बैर रखना। सो समस्या शुरू कितों होंदी है? जदों असी अपने धर्म नूं मनदे होए सारे धर्मां दी रिस्पैक्ट करदे हां, सत्कार करदे हां, फिर जिहड़ी लड़ाई झगड़े आ ये कितों हुंदे आ? ये आपां अज दा ये विशा है कि आपां इस जो समस्या है उहनूं असी समझना है, और असी देखना कि असी इस समस्या को किस तरह दूर कर सकते हैं। क्योंकि ये वर्ल्ड वाइड है, ये ना कि सिर्फ पंजाब दे विच, ना कि सिर्फ इंडिया दे विच, बल्कि सारे हर जगह ये प्रॉब्लम चलदियां हैं कि धर्म जिहड़ा आ वो तो हमेशा रिलीजन टीचर्स यू वेरी वेरी गुड थिंग्स, फिर प्रॉब्लम कित्थे आउंदी आ? मेरा अपना जिहड़ा विचार आ, क्योंकि मैं बहुत सियाणा नहीं, मैं भी एक स्टूडेंट ही हाँ, मेरा लेकिन एक विचार हर इंसान का अपना अपना होंदा है। मेरा विचार ये है कि असी जिहड़े साडे धार्मिक ग्रंथ वा उन्हां नूं असी चंगी तरह पढ़दे, जदों असी अपने धार्मिक ग्रंथ नूं नहीं पढ़दे, उन्हां नूं विचारदे नहीं, और उन्हां दी डुंगाई तक नहीं जांदे, ਜਦੋਂ ਅਸੀਂ ਸਮਝ ਜਾਂਦੇ ਹਾਂ ਫਿਰ ਅਸੀਂ ਉਹਨਾਂ 'ਤੇ ਕੰਮ ਨਹੀਂ ਕਰਦੇ, ਉਹਨਾਂ 'ਤੇ ਖਰੇ ਨਹੀਂ ਉਤਰਦੇ, ਅਤੇ ਉੱਥੇ ਆ ਕੇ ਇਹ ਜਿਹੜੀ ਪ੍ਰੋਬਲਮ ਆਉਂਦੀ ਆ। ਸੋ ਸਾਨੂੰ ਦੇਖਣਾ ਇਹ ਆ ਕਿ ਜਦੋਂ ਇਹ ਜਿਹੜੀਆਂ ਕੰਟਰੋਵਰਸੀਜ਼ ਆ ਜਾਂ ਜਿਹੜੇ ਵਾਦ ਵਿਵਾਦ ਹੁੰਦੇ ਆ,
ਇਹਨਾਂ ਤੋਂ ਅਗਰ ਅਸੀਂ ਛੁਟਕਾਰਾ ਪਾਉਣਾ ਤਾਂ ਮੇਰੇ ਖਿਆਲ ਦੇ ਵਿੱਚ ਸਾਨੂੰ ਆਪਣੇ ਜਿਹੜੇ ਮਹਾਂਪੁਰਸ਼ਾਂ ਦੇ ਪ੍ਰਵਚਨ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਣਾ ਪਵੇਗਾ। ਅਗਰ ਨਹੀਂ ਸਮਝਦੇ, ਜਿਸ ਤਰ੍ਹਾਂ ਇੱਕ ਛੋਟੀ ਜਿਹੀ ਕਹਾਣੀ ਮੈਂ ਆਪ ਜੀ ਨੂੰ ਸੁਣਾਉਣੀ ਚਾਹੁੰਦਾ ਹਾਂ। ਕੋਈ ਮਹਾਂਪੁਰਸ਼ ਸੀਗੇ, ਉਹ ਕਿਸੇ ਪਿੰਡ ਦੇ ਵਿੱਚ ਦੀ ਜਾ ਰਹੇ ਸੀਗੇ। ਜਦੋਂ ਉਹ ਜਾ ਰਹੇ ਸੀ, ਕਿਸੇ ਉਸ ਪਿੰਡ ਦੇ ਵਿੱਚ ਲੋਕ ਆਪਸ ਵਿੱਚ ਲੜ ਰਹੇ ਸੀ ਅਤੇ ਉਹ ਉੱਥੋਂ ਦੀ ਲੰਘੇ। ਉਹਨਾਂ ਨੂੰ ਪੁੱਛਿਆ ਵੀ ਕਿਉਂ ਲੜ ਰਹੇ ਹੋ ਤੁਸੀਂ, ਤੁਹਾਡੀਆਂ ਕੀ ਸਮੱਸਿਆਵਾਂ, ਕੀ ਵਾਦ ਵਿਵਾਦ ਆ ਤੁਹਾਡੇ। ਅਤੇ ਉਹ ਬਸ ਉਹਨਾਂ ਦੀ ਫਿਤਰਤ ਜਾਂ ਅਸ਼ਾਂਤੀ, ਅਨਰੈਸਟ ਸੀ, ਉਹ ਆਪਸ ਵਿੱਚ ਹੀ ਲੜ ਰਹੇ ਸੀ। ਉਹਨਾਂ ਮਹਾਂਪੁਰਸ਼ਾਂ ਨੇ ਸੋਚਿਆ ਅਸੀਂ ਕਿਉਂ ਨਾ ਇਹਨਾਂ ਦੀ ਸਮੱਸਿਆ ਦਾ ਸਮਾਧਾਨ ਕਰੀਏ। ਉਹਨਾਂ ਨੇ ਇਕੱਠੇ ਕੀਤਾ ਉਹਨਾਂ ਨੂੰ, ਔਰ ਉਹਨਾਂ ਨੇ ਕਿਹਾ ਦੇਖੋ ਅਸੀਂ ਤੁਹਾਡੀ ਜਿਹੜੀਆਂ ਪ੍ਰੋਬਲਮਸ ਆ ਇਹਨੂੰ ਸੋਲਵ ਕਰ ਸਕਦੇ ਹਾਂ। ਤੁਸੀਂ ਮੈਂ ਤੁਹਾਨੂੰ ਇੱਕ ਕਿਤਾਬ ਦੇ ਕੇ ਜਾਂਦਾ ਹਾਂ। ਉਹ ਕਿਤਾਬ ਜਿਹੜੀ ਆ ਉਹ ਤੁਹਾਡੀਆਂ ਸਾਰੀਆਂ ਲੜਾਈਆਂ ਦੀ ਸਮੱਸਿਆ ਦਾ ਹੱਲ ਹੈ। ਔਰ ਉਹਨਾਂ ਨੇ ਕਿਤਾਬ ਲੈ ਲਈ ਔਰ ਮਹਾਂਪੁਰਸ਼ ਅੱਗੇ ਚੱਲ ਗਏ। ਬਹੁਤ ਸਮੇਂ ਬਾਅਦ ਉਹ ਵਾਪਸ ਆਏ। ਉਹਨਾਂ ਨੇ ਦੇਖਿਆ ਵੀ ਉਹ ਲੋਕ ਜਿਹੜੇ ਲੜ ਰਹੇ ਸੀਗੇ ਅੱਜ ਉਹ ਬਹੁਤ ਸ਼ਾਂਤੀ ਦੇ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹੋਣੇ ਆ। ਲੇਕਿਨ ਜਦੋਂ ਉਹ ਆਏ ਉਹ ਹੈਰਾਨ ਹੋ ਗਏ ਕਿ ਉਹ ਅੱਗੇ ਤੋਂ ਵੀ ਜ਼ਿਆਦਾ ਲੜ ਰਹੇ ਸੀ। ਔਰ ਉਹਨਾਂ ਨੇ ਫਿਰ ਉਹਨਾਂ ਸਾਰਿਆਂ ਨੂੰ ਇਕੱਠੇ ਕੀਤਾ ਔਰ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਤਾਂ ਮੈਂ ਤੁਹਾਡੀਆਂ ਲੜਾਈਆਂ ਦਾ ਜਿਹੜਾ ਹੱਲ ਸੀ ਉਹ ਮੈਂ ਦੇ ਕੇ ਗਿਆ ਸੀਗਾ, ਔਰ ਤੁਸੀਂ ਹਾਲੇ ਵੀ ਲੜ ਰਹੇ ਹੋ, ਅਤੇ ਕੀ ਪ੍ਰੋਬਲਮ ਆ। ਅਤੇ ਉਹਨਾਂ ਨੇ ਕਿਹਾ ਜੀ ਇਹ ਸਾਡੀ ਸਮੱਸਿਆ ਦਾ ਹੱਲ ਨਹੀਂ ਹੋਇਆ। ਉਹ ਕਹਿੰਦੇ ਤੁਹਾਨੂੰ ਮੈਂ ਇੱਕ ਬੁੱਕ ਦੇ ਕੇ ਗਿਆ ਸੀ, ਉਹਦੇ ਵਿੱਚ ਸਾਰੀਆਂ ਸਮੱਸਿਆ ਦਾ ਹੱਲ ਆ। ਔਰ ਬੜੀ ਹੈਰਾਨਗੀ ਦੀ ਗੱਲ ਆ ਕਿ ਉਹ ਬੁੱਕ ਮੈਂ ਰੱਖਣੀ ਆ, ਇਹੀ ਲੜਾਈ ਉਹਨਾਂ ਦੀ ਪਈ ਸੀ। ਉਹਦੇ ਵਿੱਚ ਕੀ ਲਿਖਿਆ ਆ ਉਹ ਕਿਸੇ ਨੇ ਨਹੀਂ ਪੜ੍ਹਿਆ। ਸੋ ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਆਪਣੇ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਨੂੰ ਜਾਣਦੇ ਨਹੀਂ, ਜਾਣ ਕੇ ਵੀ ਅਗਰ ਅਸੀਂ ਉਹਨਾਂ 'ਤੇ ਖਰੇ ਨਹੀਂ ਉਤਰਦੇ ਤਾਂ ਇਹਨਾਂ ਸਮੱਸਿਆ ਦਾ ਜਿਹੜਾ ਹੱਲ ਆ ਹੋ ਨਹੀਂ ਸਕਦਾ। ਜਿਸ ਤਰ੍ਹਾਂ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਜਦੋਂ ਬਾਲਾ ਮਰਦਾਨਾ ਜੀ ਦੇ ਨਾਲ ਉਦਾਸੀਆਂ 'ਤੇ ਜਾ ਰਹੇ ਸੀਗੇ ਅਤੇ ਕਈ ਲੋਕ ਉਹਨਾਂ ਦੇ ਪੱਥਰ ਮਾਰ ਰਹੇ ਸੀ ਔਰ ਕਈ ਲੋਕ ਉਹਨਾਂ ਦੀ ਸੇਵਾ ਕਰ ਰਹੇ ਸੀ। ਕਈ ਲੋਕ ਉਹਨਾਂ ਨੂੰ ਦੁੱਧ ਪਿਲਾ ਰਹੇ ਸੀ, ਭੋਜਨ ਖਿਲਾ ਰਹੇ ਸੀ, ਲੇਕਿਨ ਕਈ ਲੋਕ ਉਹਨਾਂ ਨੂੰ ਪੱਥਰ ਮਾਰ ਰਹੇ ਸੀ। ਔਰ ਉਹਨਾਂ ਨੇ ਜਿਹੜੇ ਲੋਕ ਪੱਥਰ ਮਾਰ ਰਹੇ ਸੀ ਅਤੇ ਸਤਿਗੁਰੂ ਨਾਨਕ ਦੇਵ ਜੀ ਕਹਿ ਰਹੇ ਸੀਗੇ ਬਸਦੇ ਰਹੋ, ਬਸਦੇ ਰਹੋ, ਬਸਦੇ ਰਹੋ। ਲੇਕਿਨ ਜੋ ਉਹਨਾਂ ਦਾ ਸੇਵਾ ਕਰ ਰਹੇ ਸੀਗੇ ਉਹਨਾਂ ਨੂੰ ਦੁੱਧ ਭੋਜਨ ਅੱਛੇ ਪਕਵਾਨ ਪਕਾ ਕੇ ਖਿਲਾ ਰਹੇ ਸੀ ਔਰ ਉਹਨਾਂ ਦੀ ਸੇਵਾ ਕਰ ਰਹੇ ਸੀ, ਉਹਨਾਂ ਦੇ ਪ੍ਰਵਚਨ ਸੁਣ ਰਹੇ ਸੀ ਔਰ ਉਹਨਾਂ ਨੂੰ ਕਹਿ ਰਹੇ ਸੀ ਉੱਜੜ ਜਾਓ, ਉੱਜੜ ਜਾਓ, ਉੱਜੜ ਜਾਓ। ਹੁਣ ਇਸ ਰਹੱਸ ਜਿਹੜਾ ਆ ਇਹ ਪਰਮ ਤੱਤ, ਇਹਦੇ ਪਿੱਛੇ ਕਹਾਣੀ ਆਪ ਸਭ ਨੂੰ ਪਤਾ ਹੀ ਹੈ ਕਿ ਜੋ ਬੁਰਾ ਇਨਸਾਨ ਹੈ ਉਹ ਅਗਰ ਇੱਕ ਜਗ੍ਹਾ ਟਿਕਿਆ ਰਹੇਗਾ ਤਾਂ ਉਹ ਬੁਰਾਈ ਜਿਹੜੀ ਸੀਮਤ ਰਹੂਗੀ। ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਕਹਿ ਰਹੇ ਸੀਗੇ ਤੁਸੀਂ ਇੱਥੇ ਰਹੋ। ਔਰ ਜਿਹੜੇ ਅੱਛੇ ਲੋਕ ਸੀਗੇ, ਜਿਹੜੇ ਇਨਸਾਨੀਅਤ ਨਾਲ ਭਰੇ ਹੋਏ ਸੀਗੇ, ਜਿਹੜੇ ਮਨੁੱਖਤਾ ਮਾਨਵਤਾ ਦੇ ਨਾਲ ਭਰੇ ਹੋਏ ਸੀ, ਭਾਈਚਾਰੇ ਦੇ ਨਾਲ ਭਰੇ ਹੋਏ ਸੀ, ਪ੍ਰੇਮ ਪਿਆਰ ਮਿੱਤਰਤਾ ਦੇ ਨਾਲ ਭਰੇ ਹੋਏ ਸੀ, ਔਰ ਉਹਨਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਕਹਿ ਰਹੇ ਸੀਗੇ ਕਿ ਉੱਜੜੋ। ਇਹ ਜਿੱਥੇ ਜਿੱਥੇ ਜਾਣਗੇ ਇਹ ਅੱਛੀਆਂ ਚੀਜ਼ਾਂ ਬਖੇਰਨਗੇ, ਇਹ ਇੱਕ ਪ੍ਰੇਮ ਪਿਆਰ ਦਾ ਸੰਦੇਸ਼ਾ ਹੀ ਦੇਣਗੇ, ਇਹ ਧਰਮ ਦੀ ਹੀ ਗੱਲ ਕਰਨਗੇ, ਇਹ ਮਾਨਵਤਾ ਔਰ ਮਨੁੱਖਤਾ ਦੀ ਹੀ ਗੱਲ ਕਰਨਗੇ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਜੋ ਵੀ ਅੱਛਾਈ ਜਾਂ ਬੁਰਾਈ ਉਹ ਸਾਡੇ ਮਨ ਤੋਂ ਉਪਜਦੀ ਹੈ। ਮੈਨੂੰ ਇੱਥੇ ਇੱਕ ਯਾਦ ਆ ਰਿਹਾ, ਸਾਡੇ ਐਕਸ ਪ੍ਰੈਜ਼ੀਡੈਂਟ ਜਿਹੜੇ ਸੀਗੇ APJ ਅਬਦੁਲ ਕਲਾਮ, ਉਹਨਾਂ ਨੂੰ ਯੂਰਪੀਅਨ ਪਾਰਲੀਮੈਂਟ ਦੀ ਗੋਲਡਨ ਜੁਬਲੀ 'ਤੇ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਗੈਸਟ। ਔਰ ਉਹਨਾਂ ਨੂੰ ਕਿਉਂਕਿ ਉਹ ਬਹੁਤ ਹੀ ਇੰਟੈਲੀਜੈਂਟ, ਬਹੁਤ ਇੱਕ ਬੁੱਧੀਜੀਵੀ ਸਾਇੰਟਿਸਟ ਬਹੁਤ ਵੱਡੇ ਸੀਗੇ ਔਰ ਪ੍ਰੈਜ਼ੀਡੈਂਟ ਵੀ ਔਰ ਇੱਕ ਬਹੁਤ ਮਹਾਨ ਟੀਚਰ ਵੀ ਸੀਗੇ। ਜਦੋਂ ਹਾਲ ਦੇ ਵਿੱਚ ਪਹੁੰਚਿਆ ਔਰ ਜਿੰਨੇ ਵੀ ਬਾਕੀ ਉੱਥੇ ਮੈਂਬਰਸ ਬੈਠੇ ਸੀ ਉਹਨਾਂ ਨੇ ਬੜਾ ਤਾੜੀਆਂ ਦੇ ਨਾਲ ਸਵਾਗਤ ਕੀਤਾ ਔਰ ਉਹਨਾਂ ਨੂੰ ਬੋਲਣ ਦਾ ਟਾਈਮ ਦਿੱਤਾ। ਜਦੋਂ ਉੱਠ ਕੇ ਆਏ ਆ ਉਹ ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕੁਟੰਬ ਪੂਰਾ ਜੋ ਕਾਇਨਾਤ ਹੈ ਇਹ ਇੱਕ ਕੁਟੰਬ ਹੈ ਔਰ ਅਸੀਂ ਇਹਦੇ ਮੈਂਬਰਾਂ ਨੂੰ ਐਕਸਪਲੇਨ ਕਿੱਦਾਂ ਕਰਦੇ ਆ। ਕਹਿੰਦੇ ਕਿ ਵੈਨ ਦਾ ਰਾਈਚਸਨੈਸ ਇਨ ਦਾ ਹਾਰਟ, ਵੈਨ ਦੇਰ ਇਜ਼ ਰਾਈਚਸਨੈਸ
then there is a beauty of character. When there is a beauty of character, then there is harmony in home. When there is a harmony in home, then nation is in order. When the nation is in order, then there is a peace in the world. So बड़ा आसान तरीके ਨਾਲ ਉਹਨੇ ਸਮਝਾਤਾ कि पूरा ਜਿਹੜਾ वर्ल्ड है, पूरी दुनिया है, ये एक परिवारित है कि असी अपने मन तो जो अच्छे विचार कढ़ते हैं या अच्छी सोच रखते हैं तो फिर सब तो पहला असी अपने परिवार दे विच फैलाउने हैं। जो परिवार सिखदा फिर असी महल्ले दे विच फैलाउने हैं। जो महल्ला सिखदा पूरा पिंड सिखदा, शहर सिखदा, फिर पूरा एक स्टेट सिखदा, फिर पूरा एक देश सिखदा। सो ये जिहड़ी शुरुआत आ ये इस तरह जो हुंदा है। तो जो साडे महापुरुषों के प्रवचन आ सानू उन्हां ते गौर करनी चाहिए आ और उन्होंने अपने मन दे विच वसा के पहले तो भाव जगेगा, क्योंकि जिन्ना चिर भाव नहीं जगावांगे असी किसी गल नूं समझ नहीं सकते। असी पहला अपना मन एकाग्र करके उन्हां प्रवचनां नूं सुनांगे, फिर असी पढ़ांगे, फिर असी उन्हां नूं समझांगे, फिर समझ के फिर असी उन्हां ते काम करांगे, उन्हां ते खरे उतरांगे। सो इस तरह जिहड़े जिन्ने भी महापुरुष आ वो अपने प्रवचनों के सानू यही दसते हैं कि किस तरह असी पर जदों असी अपने धर्म नूं बहुत ज़्यादा एक्सैस विच पोजैसिव हो जाते हैं। जिस तरह कोई भी चीज़ मान लो पेन मेरे को और मैं इन्हूं अगर सिर्फ पेन समझां तो हरेक को हो सकता है। अगर मैं ये समझा कि ये पेन जिहड़ा मेरा पेन आ ये वर्गा होर किसी को नहीं है और ना मैं किसी को होण देना है, उदों थोड़ी जी प्रॉब्लम आ जाती है। सो सानू ये प्रॉब्लम उदों सॉल्व होनी आ जदों असी गुरबाणी नूं चंगी तरह पढ़ांगे, समझांगे कि जिस तरह हर प्रवचन दे विच एक न एक जिहड़ी शिक्षा मिलती है। जिस तरह सतगुरु रविदास महाराज जी दसते हैं कि जिहड़ा काम करना तुसी वो इस तरह करो कि दोबारा करना ना पवे, कि मन एकाग्र करके इस तरह करो, ऐसे जान जपोरे जीव जप लियो राम न परमो जीव। सोई जप जपो जो बहुर न जपना, सोई तप तपो जो बहुर न तपना, सोई गुरु करो जो बहुर न करना, ऐसी मरो जो बहुर न मरना। सो इस तरह के प्रवचन उन्होंने सानू सीख के असी अगे बढ़ना है। पर हुंदा की है दरअसल विच असी जदों किसी भी धार्मिक स्थान पर जाते हैं, गुरु घर जाते हैं या मंदिर विच जाते हैं, जिहड़ा एक बच्चा है वो अपने पेरेंट्स नूं देखदा कि मेरे पेरेंट्स गुरु घर विच जाके या मंदिर विच जाके की करदे आ, मत्था टेकदे आ या जो वो भी उस तरह करदा है। पर उन्होंने असली तत्त दा विचों रियलिटी की आ वो पता नहीं लगता। तो वो पता लगना बहुत जरूरी है। जिस तरह सतगुरु कबीर साहब दसते हैं, बुत पूज पूज हिंदू मुए तुर्क मुए सरनाई, कि जिहड़े तां हिंदू आ वो बुत्तां नूं पूजी जांदे आ, तुर्क मुए सरनाई, ओयले गाड़े ओयले जागे तेरी गत दूह न पाई। फिर कहते हैं वेद पढ़े पर पंडित मोए, वेद पढ़े पंडित मोए तेरी गत कहीं न पाई, कवित पढ़े पर कविता। हाँ जी, साडी पहली कॉल स्वागत करते हैं जी। दुग्गल साहब जी, जय गुरुदेव, धन गुरुदेव। जय गुरुदेव जी। कांची टीवी नूं मुबारकां, बहुत बहुत नवें साल दियां। कांची टीवी दे सारे श्रोतिਆਂ ਨੂੰ ਜਿਹੜੇ सुन रहे हैं उन्होंने सारे नवें साल दियां बहुत बहुत मुबारकां साडे परिवार वालों। कौन बोल रहे जी? हाँ जी, कौन बोल रहे जी? कैलाश क्लेयर। कैलाश क्लेयर जी, कितना सेहत थोड़ी ठीक है जी? हुण हाँ जी, सेहत ठीक है हुण थोड़ी? सेहत मेरी हाले अप एंड डाउन ही आ, उदा तां ठीक है जिदा ना महाराज दी कृपा। नवां साल खुशियां लेके आवे जी, नवें साल दे महाराज कृपा करे सारियां ते, सारे संसार ते। जिदा तुसी मैं प्रोग्राम थोड़ा सुन रहा, वैरी नाइस, जिदा ना एक्सप्लेन कर रहे तुसी यही गल आ जिहड़ी कि आपां गुरु ग्रंथ साहब नूं या अमृत बाणी नूं या कुरान नूं या जीसस बाइबल नूं सारियां नूं आपां जाके नमस्कार करदे आ सब कुछ, पर
ਉਹਦੇ ਵਿੱਚ ਜਿਹੜੇ ਲਿਖਿਆ ਉਹ ਨਹੀਂ ਅਸੀਂ ਸਮਝ ਰਹੇ, ਬਸ ਇਹੀ ਕੀ ਲਿਖਿਆ ਆ, ਉਹਦਾ ਮਤਲਬ ਕੀ ਆ, ਇਹ ਨਹੀਂ ਆਪਾਂ ਸਮਝ ਰਹੇ ਸਾਰੇ। ਉਹ ਜਾਣੀ ਕਿ ਆਪਣੇ ਵੱਲ ਨੂੰ ਹੀ ਆਪਾਂ ਖਿੱਚਦੇ ਹਾਂ। ਜਿੱਦਾਂ ਜੇ ਇਸ ਵੇਲੇ ਜਿੱਦਾਂ ਜੇ ਦੇਖਿਆ ਜਾਵੇ ਤਾਂ ਹਰੇਕ ਬਾਣੀ ਆ ਜਿੱਥੇ ਵੀ ਹੈਗੀ ਆ, ਉਹ ਸਾਰੇ ਇਹੀ ਸਮਝਾ ਰਹੇ ਸੰਗਤ ਨੂੰ, ਪਬਲਿਕ ਨੂੰ, ਕਿ ਜਾਣੀ ਕਿ ਤੁਸੀਂ ਇੱਕ ਦੂਜੇ ਨਾਲ ਰਲ ਮਿਲ ਕੇ ਰਹੋ। ਹਾਂਜੀ ਬਿਲਕੁਲ। ਤੇ ਪਰ ਹਾਂਜੀ ਕਲਯੁੱਗ ਦਾ ਜ਼ਮਾਨਾ, ਹਾਂਜੀ ਬਿਲਕੁਲ ਜੀ, ਉਹ ਬਸ ਆਪਣੀਆਂ ਹੀ ਸਾਰੇ ਕਰਦੇ ਆ। ਪਰ ਜਿਹੜਾ ਤੁਸੀਂ ਇਸ ਵੇਲੇ ਸਮਝਾ ਰਹੇ ਆ, ਬਹੁਤ ਬਹੁਤ ਵਧੀਆ। ਮਹਾਰਾਜ ਤੁਹਾਨੂੰ ਤੰਦਰੁਸਤੀ ਰੱਖੇ, ਨਵਾਂ ਸਾਲ ਵਧੀਆ ਸਾਰਾ ਏਦਾਂ ਹੀ ਤੁਸੀਂ ਸਾਰਿਆਂ ਨੂੰ ਰਲ ਮਿਲ ਕੇ। ਜਿੱਦਾਂ ਭਾਜੀ ਸ਼ੌਂਕੀ, ਉਹ ਵੀ ਵਿਚਾਰਾ ਅਪਸੈਟ ਹੋਇਆ, ਆ ਨਹੀਂ ਸਕਿਆ। ਕੈਲਾਸ਼ ਜੀ ਇੱਕ ਥੋੜੀ ਜਿਹੀ ਗੱਲ ਸੁਣੋਗੇ? ਹਾਂਜੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਇਹ ਕਲਯੁੱਗ ਹੈ, ਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਸਤਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ। ਹਾਂਜੀ, तीनों युग तीने ਜਿਹੜੇ ਕੱਲ ਕੇਵਲ ਨਾਮ ਆਧਾਰ। ਇਹ ਕਲਯੁੱਗ ਦੇ ਵਿੱਚ ਤਾਂ ਸਿਰਫ ਅਗਰ ਨਾਮ ਜਪ ਲਈ ਅਸੀਂ ਤੇ ਉਹਦੇ ਨਾਲ ਹੀ ਪਾਰ ਉਤਾਰਾ ਹੋ ਜਾਣਾ। ਨਾ ਯੱਗ ਕਰਨ ਦੀ ਲੋੜ ਆ, ਨਾ ਪਹਾੜਾਂ ਵਿੱਚ ਜਾ ਕੇ ਬੈਠਣ ਦੀ ਲੋੜ ਆ, ਨਾ ਰਾਖ ਮੰਨਣ ਦੀ ਲੋੜ, ਨਾ ਜਟਾ ਰੱਖਣ ਦੀ ਲੋੜ। ਹਾਂਜੀ ਹਾਂਜੀ। ਆਪਣੇ ਫੇਰ ਜਿੱਦਾਂ ਇਹ ਕਹਾਵਤ ਬਣੀ ਹੈ, ਜਿੱਦਾਂ ਕਲਯੁੱਗ ਆ, ਕਲਯੁੱਗ ਦੀ ਅਸੀਂ ਇਹਦਾ ਮਤਲਬ ਇਹ ਥੋੜ੍ਹਾ ਕਿ ਅਸੀਂ ਸੁਧਾਰ ਨਹੀਂ ਲਿਆ ਸਕਦੇ। ਉਹ ਗੁਰੂ ਰਵਿਦਾਸ ਮਹਾਰਾਜ ਨੇ ਤਾਂ ਕਹਿ ਦਿੱਤਾ ਸੀਗਾ, ਜਾਣੀ ਕਿ ਸੁਧਾਰ ਤਾਂ ਸਭ ਕੁਝ ਹੋ ਸਕਦਾ ਜੇ ਆਪ ਆਪਣੇ ਬੁੱਧੀ ਆਪਾਂ ਠੀਕ ਰੱਖੀਏ। ਜੇ ਸੋ ਬਹੁਤ ਬਹੁਤ ਧੰਨਵਾਦ ਜੀ ਕੈਲਾਸ਼ ਜੀ ਤੁਹਾਡਾ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ। ਹਾਂਜੀ, ਨਵੇਂ ਸਾਲ ਦੀਆਂ ਵਧਾਈਆਂ ਸਾਰੇ ਤੁਹਾਨੂੰ ਵੀ ਜੀ, ਸਾਰਿਆਂ ਨੂੰ, ਸਾਰੇ ਜਿਹੜੇ ਕਾਂਚੀ ਟੀਵੀ ਦੇਖ ਰਹੇ, ਨਾਲੇ ਸੁਣ ਰਹੇ ਆ, ਨਾਲੇ ਸਪੋਰਟ ਕਰ ਰਹੇ ਆ। ਥੈਂਕ ਯੂ ਉਹਨਾਂ ਸਾਰਿਆਂ ਦਾ ਬਹੁਤ ਬਹੁਤ। ਕਾਂਚੀ ਟੀਵੀ ਦੇ ਨਾਲ ਹੀ ਸਾਨੂੰ ਸਾਰਾ ਕੁਝ ਪਤਾ ਲੱਗ ਰਿਹਾ ਹੈ, ਨਹੀਂ ਤਾਂ ਅੱਗੇ ਘਰਾਂ 'ਚ ਬੈਠੇ ਸੀ ਕੁਝ ਵੀ ਨਹੀਂ ਸੀ ਪਤਾ ਲੱਗਦਾ ਦੁਨੀਆ ਤੇ ਕੀ ਹੋ ਰਿਹਾ ਸਾਡੇ ਸੰਗਤ ਨਾਲ, ਪਬਲਿਕ ਨਾਲ। ਹਾਂਜੀ, ਜੈ ਗੁਰਦੇਵ। ਨਵੇਂ ਸਾਲ ਦੀਆਂ ਵਧਾਈਆਂ। ਸੋ ਕਬੀਰ ਸਾਹਿਬ ਕਹਿ ਰਹੇ ਆ, ਕਬਿਤ ਪੜੇ ਪੜ ਕবিਤਾ ਮੋਏ, ਕਪੜ ਕਦਾਰੇ ਜਾਈ, ਜਟਾ ਧਾਰ ਤਰ ਜੋਗੀ ਮੂਏ, ਤੇਰੀ ਗਤ ਕਿੰਨੀ ਨਾ ਪਾਈ। ਦਰਬ ਸੰਚ ਸੰਚ ਰਾਜੇ ਮੂਏ, ਗੱਡ ਕੰਚਨ ਭਾਰੀ। ਜਿਹੜੇ ਰਾਜੇ ਆ ਉਹ ਆਪਣੇ ਖਜ਼ਾਨੇ ਭਰੀ ਜਾਂਦੇ ਆ, ਸੋਨਾ ਵੀ ਬਹੁਤ ਰੱਖ ਲਿਆ। ਦਰਬ ਸੰਚ ਸੰਚ ਰਾਜੇ ਮੂਏ, ਗੱਡ ਕੰਚਨ ਭਾਰੀ। ਤੇ ਉਸ ਤੋਂ ਬਾਅਦ ਉਹ ਕੀ ਕਰਦੇ ਆ, ਉਹਨਾਂ ਦਾ ਬੇਕਾਰ ਚਲੇ ਜਾਂਦਾ ਹੈ, ਕੁਛ ਨਹੀਂ ਰਹਿੰਦਾ ਕੋਲ। ਐਟ ਦੀ ਐਂਡ ਆਫ ਦਾ ਡੇ ਸਾਰਾ ਕੁਛ ਖਤਮ ਹੋ ਜਾਂਦਾ ਹੈ। ਕਿ ਜੋ ਚੱਲ ਰਿਹਾ ਆ ਉਹ ਨਹੀਂ ਚਲਾਉਣਾ, ਅਸੀਂ ਸਮਝਣਾ ਆ ਉਹਨੂੰ ਕਿ ਐਕਚੁਅਲੀ ਇਹਦੇ ਪਿੱਛੇ ਰੀਜ਼ਨ ਕੀ ਆ। ਜਦੋਂ ਸਾਨੂੰ ਪਤਾ ਲੱਗੂਗਾ ਕਿ ਅਸੀਂ ਗੁਰੂ ਘਰ ਜਾਂਦੇ ਹਾਂ ਅਤੇ ਸਾਨੂੰ ਮੱਥਾ ਟੇਕਣ ਦਾ ਕਿਸ ਤਰ੍ਹਾਂ ਆ, ਉਹਦੇ ਪਿੱਛੇ ਕੀ ਰਾਜ਼ ਆ, ਜੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਆ, ਜਾਂ ਅੰਮ੍ਰਿਤ ਬਾਣੀ ਆ, ਜਾਂ ਬਾਈਬਲ ਆ, ਜਾਂ ਕੁਰਾਨ ਆ, ਉਹਨਾਂ ਦੇ ਵਿੱਚ ਕੀ ਲਿਖਿਆ ਆ ਔਰ ਕੀ ਸਾਨੂੰ ਉਹਨਾਂ ਤੋਂ ਸਿੱਖਿਆ ਮਿਲਦੀ ਹੈ। ਜਿੰਨਾ ਚਿਰ ਅਸੀਂ ਉਹਨਾਂ ਨੂੰ ਗ੍ਰਹਿਣ ਨਹੀਂ ਕਰਦੇ, ਉਹਨਾਂ ਚਿਰ ਅਸੀਂ ਅੱਗੇ ਵਧ ਹੀ ਨਹੀਂ ਸਕਦੇ। ਸੋ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਕਿਸੇ ਵੀ ਧਰਮ ਨੂੰ ਮੰਨਦੇ, ਜਿਸ ਤਰ੍ਹਾਂ ਅਸੀਂ ਰਵਿਦਾਸੀ ਹਾਂ, ਅਸੀਂ ਆਪਣੇ ਰਵਿਦਾਸੀਆ ਧਰਮ ਨੂੰ ਮੰਨਦੇ ਹਾਂ। ਜਿਹੜਾ ਸਾਡਾ ਪਹਿਲਾ ਹੀ ਸਿਧਾਂਤ ਆ, ਉਹ ਕਹਿੰਦੇ ਆ ਆਪਣੇ ਧਰਮ ਦੇ ਨਾਲ ਨਾਲ ਸਾਰੇ ਧਰਮਾਂ ਦਾ ਸਤਿਕਾਰ। ਜਦੋਂ ਅਸੀਂ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਦਾ ਔਰ ਪ੍ਰਵਚਨਾਂ ਨੂੰ ਮੰਨਦੇ ਹਾਂ, ਸੁਣਦੇ ਹਾਂ, ਸਮਝਦੇ ਹਾਂ, ਅਤੇ ਮਨ ਦੇ ਵਿੱਚ ਇੱਕ ਸਹਿਜ ਅਵਸਥਾ ਆਉਂਦੀ ਆ, ਫਿਰ ਨਮਰਤਾ ਆਉਂਦੀ ਆ, ਫਿਰ ਕੋਈ ਦਵੈਤ ਭਾਵਨਾ ਨਹੀਂ ਰਹਿ ਜਾਂਦੀ, ਅਭਿਮਾਨ ਨਹੀਂ ਰਹਿ ਜਾਂਦਾ, ਹੰਕਾਰ ਨਹੀਂ ਰਹਿ ਜਾਂਦਾ, ਈਰਖਾ ਨਹੀਂ ਰਹਿ ਜਾਂਦੀ। ਫਿਰ ਸਤਿਗੁਰ। ਹਾਂਜੀ, ਦੇਖੀਏ ਆਪਣੇ ਨਾਲ ਜੀ ਕੌਣ ਹੈ ਕਾਂਚੀ ਟੀਵੀ 'ਤੇ ਔਨਲਾਈਨ। ਹੈਲੋ, ਜੈ ਗੁਰਦੇਵ ਜੀ। ਧੰਨਵਾਦ ਜੀ। ਡੁੱਗਲ ਸਾਹਿਬ ਜੀ, ਚਰਨਜੀਤ ਸਿਮਕ ਕੌਣ ਠੀਕ ਹੋ? ਕੌਣ ਬੋਲ ਰਹੇ ਜੀ? ਚਰਨਜੀਤ ਸਿਮਕ। ਹਾਂਜੀ ਹਾਂਜੀ ਚਰਨਜੀਤ ਜੀ, ਜੈ ਗੁਰਦੇਵ ਜੀ, ਕੀ ਹਾਲ ਚਾਲ ਹੈ? ਤੁਸੀਂ ਕੀ ਕਹਿਣਾ ਚਾਹੁੰਦੇ ਅੱਜ ਨਵੇਂ ਸਾਲ ਦੇ ਵਿੱਚ? ਪਹਿਲਾਂ ਧੰਨਵਾਦ ਆਪਣੇ ਤੁਹਾਡਾ, ਨਾਲੇ ਸਾਰਿਆਂ ਨੂੰ ਹੀ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹਾਂ। ਹਾਂਜੀ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ, ਕਹਿੰਦੇ ਕੋਈ ਵੀ ਧਰਮ ਹੈ ਉਹਦੇ ਵਿੱਚ ਦਇਆ ਹੋਣੀ ਬਹੁਤ ਜ਼ਰੂਰੀ ਹੈਗੀ ਆ। ਹਾਂਜੀ ਹਾਂਜੀ। ਤੇ ਜੇ ਜਦ ਤੱਕ ਦਇਆ ਹੈ ਨਹੀਂਗਾ, ਉਹ ਧਰਮ ਵੀ ਹੈ ਨਹੀਂਗਾ। ਜਿੱਦਾਂ ਹੈਗਾ ਦਇਆ ਨਹੀਂ ਹੈ ਤਾਂ ਧਰਮ ਦੀ ਕਲਪਨਾ ਹੀ ਨਹੀਂ ਹੋ ਸਕਦੀ। ਹਾਂਜੀ, ਕਿਉਂਕਿ ਦੇਖ ਲਓ ਜਿੱਦਾਂ ਹੈਗਾ ਕਿ ਜਿੱਦਾਂ ਵੀ ਕਹਿ ਲਓ ਵੀ ਕਹਿਣ ਨੂੰ ਕਲਯੁੱਗ ਹੈਗਾ, ਪਰ ਜਿਹਨੇ ਵੀ ਆਪਣੇ ਸੁਧਾਰ ਆਪਣਾ ਜੀਵਨ ਸੁਧਾਰ ਲਿਆ ਹੈਗਾ, ਉਹਨਾਂ ਲਈ ਇਹ ਵੀ ਹੈਗਾ ਸਤਿਗੁਰ। ਜਿੱਦਾਂ ਵੀ ਹੈਗਾ ਸਤਿਯੁਗ ਆ, ਜਿੱਦਾਂ ਵੀ ਆਪਾਂ ਨੂੰ ਮਹਾਰਾਜ ਨੇ ਇੱਥੇ ਭੇਜਿਆ, ਆਪਾਂ ਨੂੰ ਸਾਰੀਆਂ ਸਹੂਲਤਾਂ ਹੈਗੀਆਂ। ਮੈਂ ਤਾਂ ਕਹਿੰਦਾ ਆਪਾਂ ਵੀ ਹੈਗਾ ਵੀ ਸਤਿਯੁਗ ਦੇ ਵਿੱਚ ਬੈਠੇ ਹੈਗੇ ਆ। ਤਾਂ ਜੇ ਸਤਿਯੁਗ ਦੇ ਵਿੱਚ ਵੀ ਆਪਾਂ ਨਹੀਂ ਹੈਗਾ ਪ੍ਰਭੂ ਪਰਮਾਤਮਾ ਰੱਬ ਦਾ ਨਾਂ ਨਹੀਂ ਲੈ ਸਕਦੇ, ਤਾਂ ਫਿਰ ਹੋਰ ਕੋਈ ਹੈਗਾ। ਤੇ ਸਾਰੇ ਹੀ ਆਪਾਂ ਜਿੰਨਾ ਹੈਗਾ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ, ਹਰ ਕੇ ਨਾਮ ਵਿੱਚ ਝੂਠੇ ਸਗਲ ਪਸਾਰੇ। ਹਾਂਜੀ।
ਤੇ ਸਤਿਗੁਰੂ ਕਬੀਰ ਮਹਾਰਾਜ ਵੀ ਕਹਿੰਦੇ ਹਨ ਰਾਮ ਸਿਮਰ ਪਛਤਾਏਗਾ ਮਨ। ਅੱਗੇ ਕਹਿੰਦੇ ਹਨ ਕਿ ਜੇ ਸਿਮਰਨ ਭਜਨ ਦਇਆ, ਸਿਮਰਨ ਭਜਨ ਦਇਆ ਨਹੀਂ ਕੀਤੀ ਕਹਿੰਦੇ ਤਾਂ ਮੁੱਖ ਚੋਟਾਂ ਖਾਏਗਾ। ਹਾਂਜੀ, ਜੇ ਤੁਸੀਂ ਤੁਹਾਡੇ ਇਹ ਚੀਜ਼ਾਂ ਹੈ ਨਹੀਂ ਗੀਆਂ ਤੁਸੀਂ ਹੈਗਾ, ਫਿਰ ਤਾਂ ਤੁਸੀਂ ਆਪੇ ਜਿਹੜੇ ਹੈਗੇ ਆ ਭੁੱਲੇ ਭਟਕਦੇ ਰਹਿਣਾ ਹੈਗਾ, ਫਿਰਨਾ ਇੱਧਰੋਂ ਹੈਗਾ ਤੇ ਆਪਣਾ ਜੀਵਨ ਜਿਹੜਾ ਗੁਆ ਰਹੇ ਹੈਗੇ ਆ। ਤਾਂ ਜਿੱਦਾਂ ਹੈਗਾ ਤੁਹਾਡਾ ਬਹੁਤ ਸੋਹਣਾ ਤੁਸੀਂ ਵੀ ਦੱਸ ਰਹੇ ਹੋ, ਜਿੱਦਾਂ ਵੀ ਆਪਾਂ ਜਿਹੜੇ ਹੈਗੇ ਆ ਠੀਕ ਹੈ, ਪਰ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਦੇ ਹੋਏ ਉਹਦੇ ਵਿੱਚੋਂ ਕਿਸੇ ਦੀ ਹੈਲਪ ਕਰੋ ਤੇ ਜਿੱਦਾਂ ਹੈਗਾ ਤੇ ਇਹਦੇ ਨਾਲ ਆਪਣਾ ਵੀ ਜੀਵਨ ਸਵਾਰੋ ਤਾਂ ਹੋਰ ਕਿਸੇ ਦਾ ਵੀ, ਤੇ ਰੱਬ ਦੇ ਪਰਮਾਤਮਾ ਦਾ, ਕਿਉਂਕਿ ਜੋ ਵੀ ਆਪਾਂ ਕਰ ਰਹੇ ਹੈਗੇ ਆ ਪਰਮਾਤਮਾ ਹੀ ਕਰਾ ਰਿਹਾ ਹੈਗਾ। ਹਾਂਜੀ ਚੰਦ ਜੀ, ਤੁਸੀਂ ਗੁਰਬਾਣੀ ਪੜ੍ਹਦੇ ਆ ਔਰ ਤੁਸੀਂ ਬਹੁਤ ਮਤਲਬ ਗੁਰਬਾਣੀ ਅੱਛੀ ਤਰ੍ਹਾਂ ਸਮਝਦੇ ਔਰ ਪੜ੍ਹਦੇ ਵੀ, ਔਰ ਤੁਸੀਂ ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਕਿ ਦਇਆ ਧਰਮ ਜਿਨਮੇ ਨਹੀਂ ਹਿਰਦੇ ਪਾਪ ਕੋ ਕੀਚ, ਰਵਿਦਾਸ ਤੇ ਨਹੀਂ ਜਾਣੇ ਮਹਾਪਤਾ ਕੀ ਨੀਚ। ਤੇ ਕਿਉਂਕਿ ਦੇਖ ਲਓ ਅੱਜ ਕੱਲ੍ਹ ਜਿੱਦਾਂ ਹੈਗਾ ਲੋਕਾਂ ਨੇ ਕਹਿੰਦੇ ਹੈਗੇ ਕੋਈ ਭੇਸ ਬਣਾਈ ਫਿਰਦਾ ਹੈਗਾ ਕਹਿੰਦੇ ਹਨ, ਤੇ ਜਿੱਦਾਂ ਹੈਗਾ ਵੀ ਮੂੰਹ ਮੇ ਰਾਮ ਨਾਮ ਬਗਲ ਮੇ ਛੁਰੀ, ਏਦਾਂ ਦੇ ਵੀ ਹੈਗੇ ਆ, ਕੋਈ ਕਹਿੰਦੇ ਭੇਸ ਜਿੱਦਾਂ ਬਣਾਈ ਫਿਰਦੇ ਹਨ। ਅਸਲੀਅਤ ਜਿਹੜੀ ਹੈਗੀ ਆ ਤੇ ਉਹ ਜਿਹੜੇ ਧਰਮ ਦਇਆ ਜਿਹੜਾ ਹੈਗਾ ਇੱਧਰ ਨੂੰ ਤੁਸੀਂ ਵੀ ਜਾਣ, ਜਿਹੜਾ ਬਹੁਤ ਹੀ ਲੋਕਾਂ ਦਾ ਭਲਾ ਹੋ ਸਕਦਾ ਹੈਗਾ। ਅੱਜ ਵੀ ਬਹੁਤ ਹੈਗੀ ਲੋੜ ਹੈਗੀ, ਹਰ ਪਾਸੇ ਦੇਖ ਲਓ ਕਿੱਦਾਂ ਮੁਜ਼ਾਹਰੇ ਹੋ ਰਹੇ ਹੈਗੇ ਆ। ਤੇ ਜਿੱਦਾਂ ਹਾਂਜੀ ਤੁਸੀਂ ਦੱਸਿਆ ਬਹੁਤ ਹੀ ਹੋਸਪਿਟਲਾਂ ਦੇ ਵਿੱਚ ਕਿੱਦਾਂ ਹੈਗੇ ਲੋਕ ਜਿੱਦਾਂ ਹੈਗੇ ਵੋਲੰਟੀਅਰ ਦੀ ਲੋੜ ਹੈ, ਹਰ ਪਾਸੇ ਲੋੜ ਹੈਗੀ ਆ ਤੇ ਬਹੁਤ ਕੁਝ ਕਰਨੇ ਵਾਲਾ ਹੈ। ਜੇ ਆਪਾਂ ਸਾਰੇ ਰਲ ਮਿਲ ਕੇ ਕਰੀਏ, ਇਹ ਅਸੀਂ ਬੇਨਤੀ ਕਰਦੇ ਸਾਰਿਆਂ ਨੂੰ ਵੀ ਜਿਹੜੇ ਹੈਗੇ ਜਾਤ ਪਾਤ ਦੇ ਊਚ ਨੀਚ ਨੂੰ ਖਤਮ ਕਰਕੇ ਜਿੱਦਾਂ ਹੈਗਾ ਇੱਕ ਦੂਸਰੇ ਦੀ ਹੈਲਪ ਕਰੋ, ਤੇ ਇਹਦੇ ਨਾਲ ਹੀ ਜਿਹੜਾ ਆਪਣਾ ਵੀ ਤੇ ਹੋਰ ਜਿਹੜੇ ਹੈਗੇ ਆ ਲੋਕਾਂ ਦਾ ਭਲਾ ਹੋ ਸਕਦਾ। ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਧੰਨਵਾਦ ਕਰਨਾ ਤੁਹਾਡਾ ਕਾਂਸ਼ੀ ਟੀਵੀ ਦਾ, ਸਾਰੇ ਭਰਾਵਾਂ ਦਾ, ਜਿਹੜੇ ਬੀਬੀਆਂ ਦਾ ਵੀ ਜਿਹੜੇ ਹੈਗੇ ਸਾਥ ਦਿੰਦੇ ਹਨ ਤੇ ਇੱਧਰਲੇ ਪਾਸੋਂ ਲੱਗੇ ਹਨ। ਤੇ ਹਾਂਜੀ, ਤੇ ਮਹਾਰਾਜ ਸਾਰਿਆਂ ਨੂੰ ਮਿਹਰ ਭਰਿਆ ਹੱਥ ਰੱਖੇ, ਜੋ ਹੈਗਾ ਆਉਣ ਵਾਲਾ ਸਮਾਂ ਸਾਰਿਆਂ ਚੰਗਾ ਹੋਵੇ। ਜੈ ਗੁਰਦੇਵ, ਧੰਨ ਗੁਰਦੇਵ ਜੀ। ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ, ਬਹੁਤ ਬਹੁਤ ਧੰਨਵਾਦ। ਇੱਕ ਮਿੰਟ ਤੋਂ ਸਾਡੇ ਚਰਨਜੀਤ ਜੀ ਜੁੜੇ ਹੋਏ ਸਨ, ਧੰਨਵਾਦ ਇੱਕ ਵਾਰ ਫਿਰ। ਸੋ ਜਿਹੜੇ ਵੀ ਮਹਾਂਪੁਰਸ਼ ਹੁੰਦੇ ਆ, ਜਦੋਂ ਅਸੀਂ ਅਗਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤੇ ਮੂਲ ਮੰਤਰ ਦੇ ਵਿੱਚ ਦੇਖੋ ਏਕ ਓਂਕਾਰ ਸਤਨਾਮ ਤੋਂ ਸ਼ੁਰੂ ਕੀਤਾ ਜੀ। ਦੇਖੋ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭੈ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੋਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਇਹ ਵੀ ਸੱਚ ਨਾਨਕ ਹੋਸੀ ਵੀ ਸੱਚ। ਕਿ ਇੱਕ ਸ਼ਬਦ ਦੇ ਵਿੱਚ ਹੀਰੇ ਜਵਾਹਰਾਤ ਜੁੜੇ ਹੋਇਆ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਰਵਿਦਾਸੀਆ ਧਰਮ ਦੀ ਗੱਲ ਕਰਦੇ ਹਾਂ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਹੁਤ ਜਗ੍ਹਾ ਦੱਸਦੇ ਹਨ, ਸ਼ੁਰੂ ਹੀ ਉੱਥੋਂ ਕਰਦੇ ਹਨ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। हे ਪ੍ਰਭੂ, ਤੇਰੇ ਔਰ ਮੇਰੇ ਵਿੱਚ ਤਾਂ ਕੋਈ ਅੰਤਰ ਹੀ ਨਹੀਂ ਹੈ, ਲੇਕਿਨ ਅਗਰ ਅੰਤਰ ਹੈ, ਜਿਸ ਤਰ੍ਹਾਂ ਪਾਣੀ ਤੋਂ ਉੱਪਰ ਦੀਆਂ ਤਰੰਗਾਂ ਜਾਂ ਸੋਨੇ ਦੇ ਬਣੇ ਗਹਿਣੇ। ਆਓ ਦੇਖਦੇ ਹਾਂ ਸਾਡੇ ਨਾਲ ਕੌਣ ਜੁੜਿਆ ਹੈ। ਹੈਲੋ, ਜੈ ਗੁਰਦੇਵ ਜੀ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਜੈ ਭਾਰਤ ਜੀ। ਕਿੱਦਾਂ ਸੁਣਾਓ ਰਤੂ ਸਾਹਿਬ ਜੀ? ਪਹਿਲਾਂ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਸਾਰੇ ਸੰਸਾਰ ਨੂੰ। ਹਾਂਜੀ ਬੀਬੀ ਜੀ, ਤੁਹਾਨੂੰ ਵੀ ਔਰ ਸਾਰਿਆਂ ਨੂੰ ਖੁਸ਼ੀਆਂ ਵਾਲਾ ਸਾਲ ਆਵੇ ਜੀ, ਤੰਦਰੁਸਤੀਆਂ ਵਾਲਾ ਆਵੇ। ਉਸ ਦੁੱਖ ਲੰਘ ਗਿਆ, ਗਾਂ ਮਿਹਰ ਕਰੇ ਪ੍ਰਮਾਤਮਾ। ਹਾਂਜੀ ਹਾਂਜੀ, ਸਾਰਿਆਂ ਤੇ ਦਇਆ। ਮੈਂ ਤਾਂ ਇਹ ਤੁਹਾਡੀ ਕਹਾਣੀ ਸੁਣ ਕੇ ਮੈਂ ਤੁਹਾਨੂੰ ਲੱਖ ਲੱਖ ਵਾਰੀ ਪ੍ਰਣਾਮ ਕਰਦੀ, ਤੇ ਨਾਲੇ ਕਾਂਸੀ ਟੈਲੀਵਿਜ਼ਨ ਨੂੰ। ਅੱਜ ਕਾਂਸੀ ਟੈਲੀਵਿਜ਼ਨ ਹੈਗਾ ਤੇ ਆਪਣੇ ਗੁਰੂ ਦਾ ਆਪਾਂ ਨੂੰ ਪਤਾ ਲੱਗਦਾ। ਹਾਂਜੀ ਬਿਲਕੁਲ ਜੀ, ਬਿਲਕੁਲ। ਸਾਡੇ ਗੁਰੂ ਵਰਗਾ ਤਾਂ ਹਾਲੇ ਤੇ ਕੋਈ ਦੁਨੀਆ ਤੇ, ਨਾਲੇ ਜੀ ਮਾਲਕ ਦਾ ਤਾਂ ਭਗਤ ਇੱਕੋ ਹੀ ਆ, ਉਹਦੇ ਨਾਂ ਆ ਡਿਫਰੈਂਟ। ਹਾਂਜੀ ਹਾਂਜੀ, ਇੱਕ ਗੱਲ ਆ ਜਦ ਵੀਰਾ ਸੂਰਜ ਇੱਕ ਆ ਤੇ ਧਰਤੀ ਇੱਕ, ਤੇ ਆਪਾਂ ਕਿਉਂ ਇੰਨੇ ਵੰਡੇ ਜਾਂਦੇ? ਜੋਤ ਤਾਂ ਇੱਕੋ ਹੀ ਜਗਦੀ ਆ ਨਾ। ਹਾਂਜੀ, ਸਭ ਤੋਂ ਵੱਡੀ ਇਨਸਾਨੀਅਤ ਹੋਣੀ ਚਾਹੀਦੀ, ਇਹੀ ਧਰਮ ਆ। ਹਾਂਜੀ ਬਿਲਕੁਲ, ਹਨਾ। ਆਪਣੇ ਗੁਰੂ ਨੇ ਇਹੋ ਗੱਲ ਕਹੀ ਸੀਗੀ, ਇੱਕੋ ਜਿਹੇ ਰਵੋ, ਖਾਵੋ ਤੇ ਦੂਸਰੇ ਨੂੰ ਵੀ ਦੇਵੋ। ਬਿਲਕੁਲ ਜੀ। ਮੈਂ ਤਾਂ ਅੱਜ ਇਹੀ ਕਹੂੰਗੀ ਕਿ ਕਾਂਸੀ ਟੈਲੀਵਿਜ਼ਨ ਨੂੰ ਸਾਨੂੰ ਸਾਰਿਆਂ ਨੂੰ ਦਾਨ ਕਰਨਾ ਚਾਹੀਦਾ। ਕਾਂਸੀ ਟੈਲੀਵਿਜ਼ਨ ਇੱਕ ਆਪਣਾ ਗੁਰੂ ਰਵਿਦਾਸ ਜੀ ਆ, ਉਹ ਗੁਰੂ ਆਪਣਾ, ਆਪਾਂ ਉਹਨੂੰ ਤੇਲ ਪਾਉਣਾ ਚਾਹੀਦਾ ਆ। ਮੈਂ ਜਿੰਨੇ ਵੀ ਆਪਣੇ ਭੈਣਾਂ ਭਰਾ ਮੈਂ ਉਹਨਾਂ ਦੇ ਮੋਰੇ ਹੱਥ ਜੋੜਦੀ ਆ, ਤੁਹਾਨੂੰ ਪ੍ਰਣਾਮ ਕਰਦੀ ਜਿੰਨੇ ਪ੍ਰੈਜੈਂਟਰ ਆ। ਬੀਬੀ ਜੀ ਕੌਣ ਬੋਲ ਰਹੇ ਤੁਸੀਂ? ਮੈਂ ਮਿਸ ਰਤੂ, ਤੇਰੀ ਭੈਣ ਦੁੱਗ। ਅੱਛਾ ਅੱਛਾ ਅੱਛਾ, ਹਾਂਜੀ ਹਾਂਜੀ, ਠੀਕ ਹੈ ਠੀਕ ਹੈ, ਓਕੇ ਭਾਈ ਜੀ। ਜੈ ਗੁਰਦੇਵ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਨਵੇਂ ਸਾਲ ਦੇ ਵਿੱਚ ਤੁਸੀਂ ਫੋਨ ਕੀਤਾ ਕਾਂਚੀ ਟੀਵੀ ਨੂੰ, ਔਰ ਕਾਂਚੀ ਟੀਵੀ ਦੀ ਚੜ੍ਹਦੀ ਕਲਾ ਵਾਸਤੇ ਤੁਸੀਂ ਜੋ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਜਦੋਂ ਅਸੀਂ ਪ੍ਰਵਚਨ ਸੁਣਦੇ ਹਾਂ, ਮਨ ਦੇ ਵਿੱਚ ਸਹਿਜ ਸੁਭਾਅ ਔਰ ਪ੍ਰੇਮ ਪਿਆਰ ਸਰਲਤਾ ਆਉਂਦੀ ਹੈ। ਅਤੇ ਕਬੀਰ ਸਾਹਿਬ ਕਹਿੰਦੇ ਆ ਕਿ ਇੰਨੀ ਨਮਰਤਾ ਲਿਆਓ ਆਪਣੇ ਅੰਦਰ
कि कबीर रोड़ा हो रे बाटका, कि रास्ते का रोड़ा बन जा, कि कोई भी आवे तेनू ठोकर मार के लंघे। पर फिर सोचते आ कि जो किसी ने किसी रोड़े नू ठोकर मारनी आ तो वो जो राही जा रहा है उहदी भी तकलीफ होनी आ। फिर सतगुर कबीर जी कहते आ कि कबीर रोड़ा हुआ तो क्या पया, पंथी को दुख देई। ये तो फिर भी राही नू बहुत बड़ी तकलीफ दे रहा है। हर जन ऐसा कोई दास होए जैसा धरनी में खे, कि मिट्टी बन जा। रोड़ा तो तकलीफ दे रहा है फिर भी राहियां नू, तू मिट्टी बन जा, मिट्टी दे तेनू मिंद मिंद के राही लंघण। हैलो, देखिए कौन साडे नाल जुड़े है जी कंच टीवी ते। हैलो जय गुरदेव जी। जय गुरदेव जी, मैं सत्या मैमी बोल रही हूँ भाजी। भैन जी जय गुरदेव जी, सत्या मैमी जी। भैन जी की हाल चाल है जी तुहाडा? पता नहीं, हैप्पी न्यू ईयर। हाँ जी। दूसरा जी, अज मेरे पोता 16 साल का होया, जन्मदिन है, अरदास कर दियो। अच्छा जी। कल स्पॉन्सर कराया मैं, पर तुसीं अज भी अरदास कर दियो। ठीक है जी। हाँ जी, थैंक यू भाजी तुहाडा बहुत। नाम की अपने पोते का जी? ਉਹਦਾ ਨਾਮ ਹੈਗਾ ਜੀ ਕੀਰਤਨ ਮੈਮੀ। ਹਾਂਜੀ, ਕੀਰਤਨ ਮੈਮੀ। ਮੈਨੂੰ ਸੁਣ ਨਹੀਂ ਰਿਹਾ, ਸੌਰੀ। ਮੈਂ ਪਰ ਮੈਂ ਇੰਨਾ ਕਹਿ ਦਿੰਦਾ ਕਿ ਕੀਰਤਨ ਮੈਮੀ 16 ਸਾਲ ਦੇ ਹੋ ਰਹੇ ਤੁਹਾਡੇ ਪੋਤੇ। ਕੱਲ ਨੂੰ ਜਨਮ ਦਿਨ ਹੈ ਔਰ ਅਸੀਂ ਅੱਜ ਹੀ ਕੰਚੀ ਟੀਵੀ ਅੱਜ ਹੀ ਤੁਹਾਡੇ ਪੋਤੇ ਨੂੰ ਮੁਬਾਰਕਾਂ ਦੇ ਰਿਹਾ ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਰਿਹਾ ਕਿ ਬੱਚਾ दिन दुगनी रात चौगनी तरक्की करे और पढ़ाइयां दे विच उंचाई करे, उच्च संस्कार प्राप्त करे और उच्च शिक्षा प्राप्त करे, तंदुरुस्तियां बख्शे। सो आज आ भाजी, आज कल पोती दा है, आज पोते दा है। अच्छा, सॉरी, आज बर्थडे आ तो आवाज़ थोड़ी बहुत घट आ रही है, सॉरी, मैं माफ़ी मांग। पोते दा, हाँ जी, पोते दा आज है तो पोती दा कल नूं आ। ठीक है भैन जी। सो जो अज बर्थडे आ पोते का तुहाडे दा, उन्हां दा जिहड़ा उन्हां नूं असीं बहुत बहुत मुबारकां दे रहे हैं और बच्ची नूं जिहड़ी तुहाडी ग्रैंड डॉटर आ उन्हां दा कल नूं आ ते उन्हां नूं भी असीं एडवांस दे विच बधाइयां दे रहे हैं जी। और बच्चिआं नूं अच्छी पढ़ाई, अच्छे संस्कार, माता पिता दा, नानी नाने दादी दादे दा जिहड़ा सत्कार आ वो करन और सतगुरु रविदास महाराज जी दी बाणी नाल जुड़ के और बाबा साहब अंबेडकर दे सिद्धांतां ते चल के ते वो कौम देश परिवार दी सेवा करन। ओके, थैंक यू भाजी, सारिआं नूं जय गुरदेव जी, धन गुरदेव जी। सो एक प्लेटफार्म है जिथे असीं अपना जो भी खुशी की गल होवे या गमी की गल होवे असीं पूरी दुनिया नूं असीं ये सुनेहा जिहड़ा दे सकते हैं। सो बहुत अच्छी गल है कि अज साडे कोल ये मीडिया है, साडे समाज का, साडे महापुरुष संत रामानंद महाराज जी का यह सपना सी और उन्हां दा सपना यह पूरा होया और साडा ये अखलाकी फर्ज बनता है कि असीं इसनूं होर मजबूत करिए और होर उचाइयां ते लैके जाइए, क्योंकि तुहाडा अपना है ये कोई भी ये किसी दी ट्रस्टी है वो संभाल रहे हैं, लेकिन ये सारी कौम का है, समाज का है। कोई भी आके अपनी गल रख सकता है, बिल्कुल खुली छुट्टी है। हुण दास नूं भी मिल रहा है टाइम, उस परम पिता परमात्मा सतगुरु रविदास महाराज की कृपा और ट्रस्टियां की कृपा। सो अगे चलिए कि सतगुरु कबीर जी कहते हैं कि मिट्टी बन जा, रोड़ा तो फिर भी दुख देगा, जदों राही लंघूगा तेनू मिंध के लंघूगा। पर फिर कहते हैं कबीर खे हुआ तो क्या पया, जब उड़ लागे अंग। पर यह तो फिर हवा चलूगी उड़नी आ, फिर भी राइयां दे उत्ते डिगनियां, इन्हें फिर मैला करना, राइयां दे उत्ते मिट्टी डिगनी। फिर वो की कहते हैं कि क्या पया जब उड़ लागे अंग, हर जन ऐसा चाहिए जो पानी सिर भंग, कि पानी बन जा। पानी एक सरल है, गुरबाणी दे विच तां पानी नूं पिता कहा है, पर पिता इन्ना महान है कि हमेशा नीवें पासे नूं जांदा, कदी उपर नूं नहीं जांदा। इत्थों सानूं शिक्षा मिलती है, गुरबाणी विच दस्सिया कि पानी वर्गा बन जा, वो हमेशा झुक के चलता है और जिस भी चीज़ दे विच मिला दिओ
ਉੱਦਾਂ ਦਾ ਹੀ ਹੋ ਜਾਂਦਾ ਹੈ। ਇਹ ਪਾਣੀ ਦੀ ਖਾਸੀਅਤ ਹੈ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਪਿਤਾ ਕਹਿ ਦਿੱਤਾ ਹੈ ਪਾਣੀ ਨੂੰ। ਸੋ ਕਬੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸ ਰਹੇ ਹਨ ਕਿ ਪਾਣੀ ਬਣ ਜਾ, ਪਰ ਫਿਰ ਉਹਨਾਂ ਨੂੰ ਇਹ ਖਿਆਲ ਆਉਂਦਾ ਆ ਕਿ ਕਬੀਰਾ ਪਾਣੀ ਪਿਆ ਤੋ ਕਿਆ ਹੁਆ, ਸੀਰਾ ਤਾਤਾ ਹੋਏ। ਇਹ ਤਾਂ ਠੰਡਾ ਵੀ ਬਹੁਤ ਹੋ ਜਾਂਦਾ ਆ, ਗਰਮ ਵੀ ਹੋ ਜਾਂਦਾ। ਜਦੋਂ ਗਰਮ ਹੋਊਗਾ ਤਾਂ ਤਕਲੀਫ ਦਊਗਾ। ਫਿਰ ਕੀ ਕਹਿੰਦੇ ਆ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਜਿਹੜਾ ਪਰਮਾਤਮਾ ਨੂੰ ਮੰਨਦਾ ਉਹ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ। ਔਰ ਕਿਉਂਕਿ ਮਹਾਂਪੁਰਸ਼ ਦੱਸਦੇ ਹਨ ਕਿ ਜੋ ਵੀ ਪ੍ਰਾਣੀ ਪਰਮਾਤਮਾ ਦਾ ਨਾਮ ਲੈਂਦਾ ਹੈ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ, ਅਭੇਦ ਹੋ ਜਾਂਦਾ ਹੈ ਪਰਮਾਤਮਾ ਦੇ ਵਿੱਚ। ਸੋ ਸਤਿਗੁਰੂ ਕਬੀਰ ਜੀ ਇੱਕ ਜਗ੍ਹਾ ਦੱਸਦੇ ਹਨ ਕਿ ਉਹ ਹਰ ਵੇਲੇ ਹਰ ਸਾਹ ਦੇ ਨਾਲ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਆ। ਔਰ ਜਦੋਂ ਉਹ ਖੱਡੀ ਬੁਣਦੇ ਆ ਅਤੇ ਜਦੋਂ ਨਾਲ ਜਿਹੜੀ ਉਹਦੇ ਵਿੱਚ ਧਾਗਾ ਮੁੱਕ ਜਾਂਦਾ ਹੈ ਅਤੇ ਉਹ ਫੂਕ ਮਾਰ ਕੇ ਉਹ ਧਾਗਾ ਪਾਉਂਦੇ ਆ, ਅਤੇ ਉਹਨਾਂ ਨੇ ਉਹ ਕੰਮ ਛੱਡ ਦਿੱਤਾ। ਆਪਣੀ ਮਾਤਾ ਜੀ ਨੂੰ ਕਿਹਾ ਮੈਂ ਕੰਮ ਛੱਡ ਦਿੱਤਾ ਕਿਉਂਕਿ ਮੇਰੇ 2-3 ਸਾਹ ਜਿਹੜੇ ਉਹ ਬੇਕਾਰ ਚੱਲ ਜਾਂਦੇ ਆ, ਮੈਂ ਉਹਨਾਂ ਸਾਹਾਂ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰ ਸਕਦਾ, ਇਸ ਕਰਕੇ ਮੈਂ ਕੰਮ ਹੀ ਛੱਡ ਦਿੱਤਾ ਹੈ। ਸੋ ਕਦੀ ਭੁੱਲ ਜਾਂਦੇ। ਕਬੀਰ ਸਾਹਿਬ ਕਹਿੰਦੇ ਆ, ਕਬੀਰਾ ਮਨ ਨਿਰਮਲ ਪਿਆ, ਜੈਸੇ ਗੰਗਾ ਨੀਰ ਪਾਛੇ ਲਾਗੇ ਹਰ ਫਿਰੇ, ਕਹਿਤ ਕਬੀਰ ਕਬੀਰ। ਭਾਵ ਜਦੋਂ ਤੁਸੀਂ ਜੋ ਵੀ ਪ੍ਰਾਣੀ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ ਉਹ ਤਾਂ ਪਹਿਲਾਂ ਸਹਿਜ ਅਵਸਥਾ ਤਾਂ ਹੈਗੀ ਆ, ਔਰ ਅਗਰ ਖੁਦਾ ਨਾ ਖਾਸਤਾ ਅਗਰ ਭੁੱਲਦਾ ਆ ਤਾਂ ਪਰਮਾਤਮਾ ਆ ਕੇ ਯਾਦ ਦਿਲਾਉਂਦਾ ਆ। ਪਾਛੇ ਲਾਗੇ ਹਰ ਫਿਰੇ, ਕਹਿਤ ਕਬੀਰ ਕਬੀਰ, ਕਬੀਰ ਅੱਜ ਮੇਰਾ ਨਾਮ ਲੈਣਾ ਭੁੱਲ ਗਿਆ। ਸੋ ਇਸ ਤਰ੍ਹਾਂ ਦੇ ਪ੍ਰਵਚਨ ਜਿਹੜੇ ਸਾਨੂੰ ਮਿਲਦੇ ਆ। ਨਮਰਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਸੰਗਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਆ ਕਿ ਸੰਗਤ ਜਿਹੜੀ ਆ ਉਹ ਅੱਛੀ ਹੋਣੀ ਚਾਹੀਦੀ ਆ, ਮਹਾਂਪੁਰਸ਼ਾਂ ਦੀ ਸੰਗਤ ਹੋਣੀ ਚਾਹੀਦੀ ਹੈ। ਤਦ ਹੀ ਤਾਂ ਅਸੀਂ ਪ੍ਰਵਚਨ ਸਿੱਖ ਸਕਦੇ ਹਾਂ, ਤਦ ਹੀ ਤਾਂ ਅਸੀਂ ਸਿੱਖ ਸਕਦੇ। ਸਾਡੇ ਬਾਣੀ ਦੇ ਨਾਲ ਸੰਗਤ ਹੋਣੀ ਚਾਹੀਦੀ ਹੈ, ਪਰਮਾਤਮਾ ਦੇ ਚਰਨਾਂ ਨਾਲ ਸੰਗਤ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਤੁਮ ਚੰਦਨ ਹਮ ਐਰੰਡ ਬਾਪਰੇ, ਸੰਗ ਤੁਮਾਰੇ ਬਾਸਾ। ਤੁਸੀਂ ਤਾਂ ਇੱਕ ਚੰਦਨ ਹੋ। ਇੱਕ ਪ੍ਰਾਣੀ ਦਾ ਐਗਜ਼ਾਮਪਲ ਦੇ ਰਿਹਾ ਕਿ ਪਰਮਾਤਮਾ ਇੱਕ ਚੰਦਨ ਹੈ ਔਰ ਇਹ ਪ੍ਰਾਣੀ ਜਿਹੜਾ ਹੈ ਇਹ ਇੱਕ ਰਿੰਡ ਹੈ। ਪਰ ਜਦੋਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ, ਭਾਵ ਰਿੰਡ ਚੰਦਨ ਦੇ ਕੋਲ ਉੱਗ ਜਾਂਦਾ ਹੈ, ਅਤੇ ਚੰਦਨ ਜਿਹੜਾ ਹੈ ਪਰਮਾਤਮਾ ਦੀ ਖੁਸ਼ਬੂ, ਜੋ ਚੰਦਨ ਦੀ ਖੁਸ਼ਬੂ ਬਹੁਤ ਕੋਸਾਂ ਮੀਲ ਤੱਕ ਪਵਿੱਤਰਤਾ ਫੈਲਾ ਦਿੰਦੀ ਹੈ। ਇਸੇ ਤਰ੍ਹਾਂ ਰਿੰਡ ਜਿਹੜਾ ਉਹਦਾ ਜੀਵਨ ਸਫਲ ਹੋ ਗਿਆ। ਕਿਉਂ? ਉਹਨੇ ਸੰਗਤ ਕਰ ਲਈ ਚੰਦਨ ਦੀ। ਇਸੇ ਤਰ੍ਹਾਂ ਸਤਿਗੁਰੂ ਜੀ ਇੱਕ ਜਗ੍ਹਾ ਕਹਿੰਦੇ ਹਨ ਕਿ ਗਲੀ ਗਲੀ ਕੋ ਜਲ ਬਹਿਆਇਓ, ਸਰਸਰ ਜੈ ਸਮਾਇਓ, ਸੰਗਤ ਕੈ ਪ੍ਰਤਾਪ ਮਹਾਤਮ ਨਾਮ ਗੋਦਕ ਪਾਇਓ। ਪਾਣੀ ਤਾਂ ਪਤਾ ਨਹੀਂ ਕਿੱਥੋਂ ਚੱਲਦਾ ਆ ਰਿਹਾ, ਗੰਦਾ ਵੀ ਹੈ, ਪਹਾੜਾਂ ਤੋਂ ਨਾਲਿਆਂ ਤੋਂ ਆਉਂਦਾ ਉਹ ਜਾ ਕੇ ਗੰਗਾ ਦੇ ਵਿੱਚ ਡਿੱਗ ਜਾਂਦਾ ਹੈ। ਗੰਦਾ ਹੁੰਦੇ ਹੋਏ ਵੀ, ਅਪਵਿੱਤਰ ਹੁੰਦੇ ਹੋਏ ਵੀ ਪਵਿੱਤਰ ਹੋ ਜਾਂਦਾ ਹੈ, ਕਿਉਂਕਿ ਉਸਨੇ ਪਵਿੱਤਰ ਗੰਗਾ ਦੀ ਸੰਗਤ ਕਰ ਲਈ ਹੈ। ਸੋ ਸੰਗਤ ਦਾ ਜੋ ਪ੍ਰਭਾਵ ਹੈ ਉਹ ਬਹੁਤ ਮਹਾਨ ਹੈ। ਔਰ ਕਿਉਂਕਿ ਕੋਈ ਵੀ ਅਸੀਂ ਅਗਰ ਅੱਛੀ ਸੰਗਤ ਕਰਾਂਗੇ, ਮਹਾਂਪੁਰਸ਼ਾਂ ਦੀ ਸੰਗਤ ਕਰਾਂਗੇ, ਬਾਣੀ ਦੀ ਸੰਗਤ ਕਰਾਂਗੇ, ਪਰਮਾਤਮਾ ਦੇ ਚਰਨਾਂ ਦੀ ਸੰਗਤ ਕਰਾਂਗੇ, ਅਤੇ ਸਾਡਾ ਸੁਭਾਅ, ਸਾਡੀ ਫਿਤਰਤ ਔਰ ਸਾਡਾ ਜਿਹੜਾ ਬਿਲਕੁਲ ਪਰਮਾਤਮਾ ਦੇ ਚਰਨਾਂ ਤੱਕ ਅਸੀਂ ਜਾ ਸਕਦੇ ਹਾਂ। ਸੋ ਇਸੇ ਤਰ੍ਹਾਂ ਸਤਿਗੁਰੂ ਕਬੀਰ ਜੀ ਵੀ ਕਹਿੰਦੇ ਹਨ ਸਲਿਤਾ ਗੰਗਾ ਕੈ ਸੰਗ ਸਲਿਤਾ ਬਿਗਰੀ। ਸਲਿਤਾ ਇੱਕ ਹਰੀ ਜੀ ਕੋਈ ਚੀਜ਼ ਹੈ ਜਿਹੜੀ ਪਾਣੀ ਦੇ ਵਿੱਚ ਤਰਦੀ ਹੈ, ਉਹ ਪਾਣੀ ਨੂੰ ਗੰਦਾ ਕਰ ਦਿੰਦੀ ਹੈ, ਪਰ ਉਹ ਗੰਗਾ ਦੇ ਵਿੱਚ ਹੈ ਅਤੇ ਉਹ ਆਪਣੇ ਆਪ ਨੂੰ ਵਿਗਾੜ ਕੇ ਗੰਗਾ ਦਾ ਹੀ ਰੂਪ ਹੋ ਗਈ। ਗੰਗਾ ਕੈ ਸੰਗ ਸਲਿਤਾ ਬਿਗਰੀ, ਸੋ ਸਲਿਤਾ ਗੰਗਾ ਹੋਈ ਨਿਬਰੀ। ਚੰਦਨ ਕੇ ਸੰਗ ਤਰਵਰ ਬਿਗਰਿਓ, ਤਰਵਰ ਬ੍ਰਿਕਸ਼ ਨੂੰ ਕਿਹਾ ਗਿਆ ਹੈ। ਜਿਸ ਤਰ੍ਹਾਂ ਸਰੋਵਰ ਨੂੰ ਕਿਹਾ ਗਿਆ ਹੈ, ਤਰਵਰ ਬ੍ਰਿਕਸ਼ ਨੂੰ ਕਿਹਾ ਗਿਆ ਹੈ। ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੈ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਕਬੀਰ ਸਾਹਿਬ ਕਹਿ ਰਹੇ। ਔਰ ਸੰਤਨ ਕੇ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੇ ਹੋਏ ਨਿਬਰਿਓ। ਸੋ ਇਸ ਤਰ੍ਹਾਂ ਦੇ ਪ੍ਰਵਚਨ ਸਾਨੂੰ ਗੁਰਬਾਣੀ ਤੋਂ ਮਿਲਦੇ ਹਨ। ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਅੱਗੇ ਵੱਧਦੇ ਹਾਂ,
ਤੇ ਸਾਨੂੰ ਨਵੇਂ ਜੋ ਅਲੱਗ-ਅਲੱਗ ਪਹਿਲੂਆਂ ਤੋਂ ਸਾਨੂੰ ਪ੍ਰਵਚਨ ਮਿਲਦੇ ਆ ਕਿ ਅਗਰ ਅਸੀਂ ਜੀਵਨ ਦੇ ਵਿੱਚ ਰਸਤੇ ਜਾਂਦੇ ਹੋਏ ਅਗਰ ਅਸੀਂ ਕਿਤੇ ਭਟਕਦੇ ਵੀ ਹਾਂ, ਕੋਈ ਅਸੀਂ ਗਲਤ ਮੋੜ ਮੁੜਦੇ ਹਾਂ, ਤਾਂ ਉਸ ਮੋੜ 'ਤੇ ਗੁਰਬਾਣੀ ਸਾਨੂੰ ਮਾਰਗਦਰਸ਼ਨ ਵਾਸਤੇ ਖੜ੍ਹੇ ਆ। ਸਾਡੇ ਮਹਾਂਪੁਰਸ਼ ਉਹ ਦੱਸਦੇ ਆ ਕਿ ਕਿਉਂਕਿ ਬਹੁਤ ਸਾਰੇ ਪਹਿਲੂ ਹੁੰਦੇ ਨਾ ਬਾਣੀ ਦੇ, ਪਰਮਾਤਮਾ ਨੂੰ ਕਿਸ ਤਰ੍ਹਾਂ ਪਾਉਣਾ ਔਰ ਆਪਣੇ ਆਤਮ ਸਨਮਾਨ ਨੂੰ ਕਿੱਦਾਂ ਜ਼ਿੰਦਾ ਰੱਖਣਾ, ਔਰ ਜੋ ਗੁਲਾਮੀ ਆ ਉਹ ਇੱਕ ਰੋਗ ਹੈ, ਪਾਪ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੱਸਦੇ ਹਨ, ਪਰਾਧੀਨਤਾ ਪਾਪ ਹੈ, पराधीनता पाप है जान लो रे मीत। रविदास दास पराधीन को कौन करे है प्रीत। पराधीन का दीन क्या पराधीन बेदीन, रविदास दास पराधीन को सभी ही समझेहीन। लो आओ देखिए साढ़े नाल कौन जुड़िया। जय गुरुदेव जी। हेलो। हाँ जी जय गुरु जी। हाँ जय गुरुदेव जी। दुग्गल साहब। हाँ जी कौन सा बोल रहे जी। मैं हरबंस लाल बोल रहा जी साउथ हाल तो। हाँ जी लंदन तो। ਤੁਹਾਡਾ ਸਵਾਗਤ ਹੈ ਜੀ ਹਰਬੰਸ ਲਾਲ ਜੀ। ਕੀ ਕਹਿਣਾ ਚਾਹੁੰਦੇ ਜੀ। ਤੁਹਾਡੇ ਪ੍ਰਵਚਨ ਸੰਤਾਂ ਦੇ ਜਿਹੜੇ ਸੁਣੇ ਆ ਉਹਦੀ ਵਿਆਖਿਆ ਵੀ ਸੁਣੀ, ਬੜੇ ਪ੍ਰਭਾਵਿਤ ਹੋਏ ਆ। ਬਹੁਤ ਅੱਛੀ ਤਰ੍ਹਾਂ ਤੁਸੀਂ ਉਹਨਾਂ ਦੀ ਵਿਆਖਿਆ ਕੀਤੀ ਆ। ਹਾਂਜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਗੁਰੂ ਰਵਿਦਾਸ ਜੀ ਮਹਾਰਾਜ ਦਾ ਰਵਿਦਾਸ ਰਾਏ ਪ੍ਰਸੰਨ ਦਾ ਵਿਸ਼ਾ ਹੈ। ਹਾਂਜੀ ਗੁਰੂ ਰਵਿਦਾਸ ਜੀ ਨੇ ਤੁਸੀਂ ਕਿਹਾ ਸੀ ਤੋਹੀ ਮੋਹੀ, ਹਾਂਜੀ ਮੋਹੀ ਤੋਂ ਹੀ ਅੰਤਰ ਕੈਸਾ। ਹਾਂਜੀ ਜਿਸ ਵੇਲੇ ਉਹ ਆਪਣੇ ਜੀਵਨ 'ਚ ਬਨਾਰਸ ਵਿੱਚ ਰਹਿ ਰਹੇ ਸੀ, ਹਾਂਜੀ ਤਾਂ ਜੋ ਨਫ਼ਰਤ ਦੇਖੀ ਉਹਨਾਂ ਨੇ ਤੇ ਉਹਨਾਂ ਕਿਹਾ ਵੀ ਮੇਰੇ ਤੇ ਇਹਨਾਂ 'ਚ ਕੀ ਫਰਕ ਆ, ਤਾਂ ਮੈਨੂੰ ਇਹ ਨਫ਼ਰਤ ਕਿਉਂ ਕਰਦੇ ਆ। ਹਾਂਜੀ ਫਿਰ ਉਹਨਾਂ ਨੇ ਜਿਹੜੇ ਉਹਨਾਂ ਦੇ ਜੀਵਨ ਦੇ ਵਿੱਚ ਚੀਜ਼ਾਂ ਵਿਚਰੀਆਂ ਜਾਂ ਉਹਨਾਂ ਦਾ ਬਰਤਾਵ ਹੋਇਆ, ਜਿੱਦਾਂ ਕਿ ਮੇਰੀ ਸੋਚ ਪਹੁੰਚ ਦਿਨ ਰਾਤੀ, ਮੇਰੀ ਸੰਗਤ ਪਹੁੰਚ ਸੋਚ ਸੰਗਤ ਹਾਂਜੀ ਸੋਚ ਪਹੁੰਚ ਦਿਨ ਰਾਤੀ, दारे सब कहें घट आप घट डोगर करना एक निर्गुण बैल हमारा। हाँ ये ਜਿਹੜੀਆਂ ਕਮਜ਼ੋਰੀਆਂ ਸੀਗੀਆਂ ਹਾਂਜੀ ਉਹਨਾਂ ਨੇ ਨਫ਼ਰਤ ਜਿਹੜੀ ਦੇਖੀ ਉਹਦੇ ਬਰਖਲਾਫ ਉਹਨਾਂ ਨੇ ਸੋਚਿਆ ਕਿ ਸਾਡਾ ਇਦਾਂ ਦਾ ਜੀਵਨ ਕਿਉਂ ਆ, ਲੋਕੀ ਸਾਨੂੰ ਨਫ਼ਰਤ ਕਿਉਂ ਕਰਦੇ ਆ, ਹਾਂਜੀ ਕਿਉਂ ਸਾਨੂੰ ਮੰਦਾ ਸਮਝਦੇ ਆ, ਹਾਂਜੀ ਬਰਾਬਰਤਾ ਨਹੀਂ ਸਮਝਦੇ, ਹਾਂਜੀ ਘਟੀਆ ਸਮਝਦੇ ਆ, ਔਰ ਅਸੀਂ ਕਮਜ਼ੋਰ ਕਿਉਂ ਆ। ਕਿਉਂਕਿ ਜਿਹੜੇ ਸੰਸਾਰ ਆ ਇਹ 'ਚ ਘਾਟੀ ਦੀ ਤਰ੍ਹਾਂ ਆ, ਉੱਚਾ ਨੀਵਾਂ ਔਰ ਅਸੀਂ ਬਹੁਤ ਕਮਜ਼ੋਰ ਹਾਂ, ਤੈਨੂੰ ਅਸੀਂ ਪਾਰ ਕਿੱਦਾਂ ਕਰਾਂਗੇ। ਹਾਂਜੀ ਤੇ ਸੋਚਦਿਆਂ ਉਹਨਾਂ ਨੇ ਇੱਕ ਵਿਚਾਰ ਕੱਢਿਆ ਹਾਂਜੀ ਕਿ ਇਹ ਸਾਰੀਆਂ ਚੀਜ਼ਾਂ ਦਾ ਹੱਲ ਜਿਹੜਾ ਆ ਉਹਦੇ 'ਚ ਉਹਨਾਂ ਨੇ ਆਪਣੇ ਇੱਕ ਸ਼ਬਦ ਵਿੱਚ ਲਿਖਿਆ ਅਵਿਦਿਆ ਹਿਤਕੀਨ ਵਿਵੇਕ ਦੀ ਮਿਲ। ਇਹ ਸਾਰੀ ਜਿਹੜੀ ਵਜ੍ਹਾ ਆ ਉਹ ਇਸ ਕਰਕੇ ਆ ਕਿ ਸਾਡਾ ਜਿਹੜਾ ਵਿਵੇਕ ਆ ਉਹ ਬਹੁਤ ਕਮਜ਼ੋਰ ਪੈ ਗਿਆ। ਹਾਂਜੀ ਦੀਵੇ ਦੀ ਲਾਈਟ ਜਿਹੜਾ ਵਿਵੇਕ ਦਾ ਦੀਵਾ ਉਹਦੀ ਲਾਈਟ ਜਿਹੜੀ ਇੰਨੀ ਘੱਟ ਹੋ ਗਈ ਆ ਅਨਪੜ੍ਹਤਾ ਕਰਕੇ ਕਿ ਸਾਨੂੰ ਇਹ ਤਕਲੀਫਾਂ ਆ ਰਹੀਆਂ। ਹਾਂਜੀ ਹੁਣ ਤੁਸੀਂ ਜ਼ਿਕਰ ਕੀਤਾ ਸੀ ਵੀ ਗੁਰੂ ਰਵਿਦਾਸ ਦੇ ਪ੍ਰਸੰਨ ਵਿੱਚ ਸਾਨੂੰ ਖਾਣਾ ਅੱਛਾ ਮਿਲਣਾ ਚਾਹੀਦਾ, ਕੱਪੜਾ ਅੱਛਾ ਮਿਲਣਾ ਚਾਹੀਦਾ, ਘਰ ਅੱਛਾ ਹੋਣਾ ਚਾਹੀਦਾ। ਉਹਦਾ ਸਾਰਿਆਂ ਦਾ ਹੱਲ ਵਿਦਿਆ ਹੈ। ਹੱਲ ਵਿਦਿਆ ਬਿਲਕੁਲ। ਜੇ ਅਸੀਂ ਵਿਦਿਆ ਗ੍ਰਹਿਣ ਨਹੀਂ ਕਰਦੇ ਹਾਂਜੀ ਤੇ ਅਸੀਂ ਉਹ ਸਾਰੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਦੂਰ ਨਹੀਂ ਕਰ ਸਕਦੇ। ਹਾਂਜੀ ਇੱਕ ਮੈਂ ਇੱਥੇ ਐਡ ਕਰਨੀ ਚਾਹੁੰਦਾ ਜੀ, ਇੱਕ ਅਗਰ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ। ਹਾਂਜੀ ਹਾਂਜੀ ਸਤਿਗੁਰੂ ਜੀ ਕਹਿੰਦੇ ਸਤ ਵਿਦਿਆ ਕੋ ਪੜੇ ਪ੍ਰਾਪਤ ਕਰੇ ਸਦਾ ਗਿਆਨ, ਰਵਿਦਾਸ ਕਹੇ ਬਿਨ ਵਿਦਿਆ ਨਰ ਕੋ ਜਾਨ ਅਜਾਨ। ਬਿਲਕੁਲ ਸਹੀ ਕਿਹਾ ਉਹਨਾਂ ਨੇ। ਦੇਖੋ ਜੀ ਅਵਿਦਿਆ ਉਹ ਹਨੇਰਾ ਆ। ਹਾਂਜੀ ਬਿਲਕੁਲ। ਜਿਹੜਾ ਵਿਵੇਕ ਆ ਉਹ ਰੋਸ਼ਨੀ ਹੈ। ਹਾਂਜੀ ਦੀਵੇ ਦੀ ਰੋਸ਼ਨੀ ਦਾ ਕਹੇਗਾ ਉਹ ਰੋਸ਼ਨੀ ਨੂੰ ਪ੍ਰਜਵਲਿਤ। ਤੁਸੀਂ ਅਬਦੁਲ ਕਲਾਮ ਦੀ ਗੱਲ ਕੀਤੀ ਹੈ। ਹਾਂਜੀ ਸਾਡੇ ਰਾਸ਼ਟਰਪਤੀ ਹੁਣ ਦੁਨੀਆ 'ਚ ਨਹੀਂ ਰਹੇ, ਬੜੇ ਸਪੇਸ ਸਾਇੰਟਿਸਟ ਸੀਗੇ। ਹਾਂਜੀ ਉਹਨਾਂ ਨੇ ਕਾਫੀ ਕਿਤਾਬਾਂ ਲਿਖੀਆਂ ਤਾਂ ਮੈਨੂੰ 2-3 ਕਿਤਾਬਾਂ ਉਹਨਾਂ ਦੀ ਪੜ੍ਹਨ ਦਾ ਮੌਕਾ ਮਿਲਿਆ। ਅੱਛਾ ਜੀ। ਇੱਕ ਉਹਨਾਂ ਨੇ ਵਿਜ਼ਨ 2020 ਇੰਡੀਆ ਵਿਜ਼ਨ 2020 ਲਿਖੀ ਸੀ, ਉਹਨੇ ਸਾਰਾ ਦੱਸਿਆ ਕਿ ਭਾਰਤ ਨੂੰ ਕਿੱਦਾਂ ਤਰੱਕੀ ਕਰਨੀ ਚਾਹੀਦੀ ਹੈ 2020 ਤੱਕ। ਠੀਕ ਹੈ ਇੱਥੇ ਤੱਕ ਸਾਡਾ ਟੀਚਾ ਹੈ। ਫਿਰ ਉਹਨਾਂ ਨੇ ਕਿ ਕਿਤਾਬ ਛੋਟੀ ਲਿਖੀ ਸੀ ਇਗਨਾਈਟਿਡ ਮਾਈਂਡ। ਇਗਨਾਈਟ ਹੁੰਦਾ ਜਿੱਦਾਂ ਇਗਨੀਸ਼ਨ ਨਾ ਕਾਰ ਵਿੱਚ ਇਗਨੀਸ਼ਨ ਆ, ਅੱਗ ਉਹਦਾ ਚੰਗਿਆੜੀ ਨਿਕਲਦੀ ਹੈ ਤਾਂ ਪੈਟਰੋਲ ਨੂੰ ਅੱਗ ਲੱਗਦੀ ਹੈ ਤਾਂ ਉਹ ਇੰਜਨ ਚੱਲ ਪੈਂਦਾ। ਹਾਂਜੀ ਚੱਲ ਪੈਂਦਾ। ਇਹ ਤਾਂ ਮਾਈਂਡ ਨੂੰ ਇਗਨਾਈਟ ਕਰਨਾ ਹੈ। ਇਗਨਾਈਟ ਕਰਨਾ ਉਹ ਵਿਦਿਆ ਰਾਹੀਂ ਹੋ ਸਕਦਾ। ਹਾਂਜੀ ਸੋ ਜਿਹੜੀ ਵਿਦਿਆ ਆ ਉਹ ਵਿਦਿਆ ਕਿੱਦਾਂ ਦੀ ਹੋਣੀ ਚਾਹੀਦੀ ਹੈ। ਵਿਦਿਆ ਮੌਕੇ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। 21ਵੀਂ ਸਦੀ ਵਿੱਚ 20 ਸਾਲ ਬੀਤ ਚੁੱਕੇ ਆ, ਹੁਣ ਬਾਕੀ ਰਹਿ ਗਏ 80 ਸਾਲ। ਹਾਂਜੀ ਔਰ ਜਿਹੜੀ ਜੋ ਅੱਜ ਹੋ ਰਿਹਾ ਦੁਨੀਆ ਦੇ ਵਿੱਚ, ਜੋ ਸਾਇੰਸ ਦੇ ਜ਼ਰੀਏ ਚੀਜ਼ਾਂ ਯਾਦ ਹੋ ਰਹੀਆਂ, ਵਿਦਿਆ ਉਹਦੇ ਹਿਸਾਬ ਸਾਡੀ ਹੋਣੀ ਚਾਹੀਦੀ ਹੈ। ਜੇ ਅਸੀਂ ਉਹਦੇ ਹਿਸਾਬ ਨਾਲ ਵਿਦਿਆ ਨਹੀਂ ਲੈ ਸਕਦੇ ਤਾਂ ਅਸੀਂ ਫਿਰ ਪਿੱਛੇ ਰਹਿ ਜਾਵਾਂਗੇ, ਕਿਉਂਕਿ ਦੁਨੀਆ ਤਾਂ ਅੱਗੇ ਨਿਕਲ ਗਈ ਆ। ਹਾਂਜੀ
और जे ਅੱਜ ਦੀ ਜੋ ਯੁੱਗ ਹੈ ਜ਼ਿਆਦਾ ਸਮਾਂ ਹੈ 21ਵੀਂ ਸਾਲ ਹੋ ਚੱਲਿਆ, ਹੁਣ 21ਵੇਂ ਸਾਲ 'ਚ ਅਸੀਂ ਦਾਖਲ ਹੋ ਰਹੇ ਹਾਂ, ਤਾਂ ਜੋ ਦੁਨੀਆ ਦੇ ਸਾਇੰਸਦਾਨ ਦੀ ਯਾਦਾਂ ਕਰਦੇ ਤਾਂ ਉਹ ਯਾਦਾਂ ਦਾ ਪ੍ਰਭਾਵ ਸਾਡੇ 'ਤੇ ਪੈਂਦਾ। ਜਿੱਦਾਂ ਕਿ ਤੁਸੀਂ ਦੇਖੋ, ਮੈਂ ਸਿੰਪਲ ਜੀ ਗੱਲ ਕਰਦਾ, ਫਰਿੱਜ ਹੈ, ਮਾਈਕ੍ਰੋਵੇਵ ਹੈ, ਵਾਸ਼ਿੰਗ ਮਸ਼ੀਨ ਹੈ, 에ਅਰ ਕੰਡੀਸ਼ਨ ਹੈ, ਇੱਦਾਂ ਦੀਆਂ ਚੀਜ਼ਾਂ। ਇੱਕ ਛੋਟੀ ਜਿਹੀ ਚੀਜ਼ ਹੈ ਇਹ ਯਾਦਾਂ ਸਾਡੀ ਜ਼ਿੰਦਗੀ 'ਚ ਤਬਦੀਲੀ ਲਿਆ ਰਹੀਆਂ। ਇਸ ਤਰ੍ਹਾਂ ਜਿਹੜੀਆਂ ਹੁਣ ਨਵੀਆਂ ਯਾਦਾਂ ਆ ਰਹੀਆਂ ਉਹਨਾਂ ਨੇ ਸਾਨੂੰ ਨਵੀਂ, ਜਿੱਦਾਂ ਕੰਪਿਊਟਰ ਹੈ, ਇੰਟਰਨੈਟ ਹੈ। ਦੇਖੋ ਅੱਜ ਦਾ ਜਿਹੜਾ ਯੁੱਗ ਹੈ ਉਹ ਇਨਫੋਰਮੇਸ਼ਨ ਦਾ ਯੁੱਗ ਹੈ। ਜੇ ਸਾਡੀ ਇਨਫੋਰਮੇਸ਼ਨ ਕਮਜ਼ੋਰ ਹੈ ਤੇ ਅਸੀਂ ਦੂਸਰਾ ਦਾ ਮੁਕਾਬਲਾ ਨਹੀਂ ਕਰ ਸਕਦੇ। ਸਾਡੀ ਵਿਦਿਆ ਦੇ ਜਿਹੜੇ ਸਬਜੈਕਟ ਹੈ ਉਹ ਐਸੇ ਹੋਣੇ ਚਾਹੀਦੇ ਜਿਹੜੀ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਦੇਣ, ਸਾਡੀ ਸੋਚ ਨੂੰ ਤਬਦੀਲ ਕਰਨ, ਸਾਡੀ ਸੋਚ ਨੂੰ ਪ੍ਰਬਲ ਕਰਨ, ਤਾਕਤਵਰ ਬਣਾਉਣ, ਔਰ ਅਸੀਂ ਉਸ ਤਾਕਤ ਦੇ ਨਾਲ ਅੱਗੇ ਵੱਧ ਸਕੀਏ ਔਰ ਦੂਸਰਿਆਂ ਦੇ ਮੁਕਾਬਲੇ 'ਚ ਬੈਠ ਕੇ ਆਪਣੀ ਹੋਂਦ ਨੂੰ ਆਪਣੇ ਸਾਬਤ ਕਰ ਸਕੀਏ। ਜੇ ਇਹ ਚੀਜ਼ ਨਹੀਂ ਹੋ ਰਹੀ ਤਾਂ ਜਿਹੜੀ ਗੁਰੂ ਰਵਿਦਾਸ ਜੀ ਦੀ ਬਾਣੀ ਹੈ, ਅਸੀਂ ਖੰਡ ਪਾਠ ਜਿੰਨੇ ਮਰਜ਼ੀ ਕਰੀ ਜਾਈਏ, ਪੜ੍ਹਾ ਜਿੰਨਾ ਮਰਜ਼ੀ ਜਾਈਏ, ਲੇਕਿਨ ਉਹ ਕੁਛ ਸਾਡੀ ਜ਼ਿੰਦਗੀ ਤਬਦੀਲੀ ਲਿਆਉਣ ਵਾਲਾ ਨਹੀਂ। ਸੋ ਮੈਂ ਬਹੁਤ ਨਹੀਂ ਕਹਿਣਾ ਕਿਉਂਕਿ ਤੁਹਾਡੇ ਹੋਰ ਵੀ ਕਿਸੇ ਨੇ ਗੱਲ ਕਰਨੀ, ਟਾਈਮ ਥੋੜਾ ਆ, ਤੇ ਮੈਂ ਇਹ ਰਿਕੁਐਸਟ ਕਰਦਾ ਕਿ ਆਪਣੇ ਲੋਕਾਂ ਨੂੰ ਕਿ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਜਿਹੜੀ ਵਿਦਿਆ, ਜਿਹੜੇ ਸਬਜੈਕਟ ਆ ਉਹਦੀ ਮਾਹਿਰੀਅਤ ਹੋਣਾ ਬਹੁਤ ਜ਼ਰੂਰੀ ਆ। ਜਿੱਦਾਂ ਇੰਗਲਿਸ਼ ਹੈ, ਮੈਥਮੈਟਿਕਸ ਹੈ, ਸਾਇੰਸ ਹੈ, ਫਿਜ਼ਿਕਸ ਹੈ, ਇਕਨੋਮਿਕਸ ਹੈ, ਪੋਲੀਟੀਕਲ ਸਾਇੰਸ ਹੈ, ਇਹ ਸਾਰੀਆਂ ਚੀਜ਼ਾਂ ਜਿਸ ਜ਼ਿਆਦਾ ਅਦਾਰੇ 'ਚ ਇਨਸਾਨ ਜਾਣਾ ਚਾਹੁੰਦਾ ਉਹਦੇ ਹਿਸਾਬ ਨਾਲ ਉਹਦੀ ਐਕਸਪਰਟ ਹੋਣਾ ਚਾਹੀਦਾ ਹੈ। ਉਹਦੀ ਜ਼ਿਆਦਾ ਤੋਂ ਜ਼ਿਆਦਾ ਰੀਡਿੰਗ ਉਸ ਸਬਜੈਕਟ ਦੀ ਹੋਣੀ ਚਾਹੀਦੀ ਹੈ, ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਇਕੱਠੀ ਹੋਣੀ ਚਾਹੀਦੀ ਹੈ, ਔਰ ਉਸ ਇਨਫੋਰਮੇਸ਼ਨ ਦਾ ਮੰਥਨ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਜੀਵਨ 'ਚ ਉਹਨੂੰ ਢਾਲ ਸਕੀਏ। ਨੈਗੇਟਿਵ ਪੋਜ਼ਿਟਿਵ ਪ੍ਰੋਜ਼ ਐਂਡ ਕੌਨਸ ਯੂ ਮੀਨ। ਹਾਂਜੀ, ਪੋਜ਼ਿਟਿਵ ਜਿਹੜੀ ਉਹਦੀ ਹੋਣੀ ਚਾਹੀਦੀ ਹੈ, ਤੇ ਅਸੀਂ ਜਿਹੜੀ ਡਿਫਰੈਂਸ਼ੀਏਸ਼ਨ ਹੈ, ਡਿਸਟਿੰਕਸ਼ਨ ਹੈ, ਉਹ ਕ੍ਰੀਏਟ ਕਰ ਸਕੀਏ। ਸਹੀ ਕੀ ਆ, ਗਲਤ ਕੀ, ਕਿਉਂਕਿ ਵਿਵੇਕ ਲਫ਼ਜ਼ ਦਾ ਮਾਇਨਾ ਇਹ ਆ ਕਿ ਅਸੀਂ ਪਛਾਣ ਸਕੀਏ ਕਿ ਸਹੀ ਕੀ ਆ, ਗਲਤ ਕੀ ਆ, ਠੀਕ ਕੀ ਆ, ਨਹੀਂ ਠੀਕ ਕੀ ਆ। ਹਾਂਜੀ, ਧੰਨਵਾਦ ਹਰਬੰਸ ਲਾਲ ਜੀ, ਬਹੁਤ ਬਹੁਤ ਧੰਨਵਾਦ। ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ, ਤੁਸੀਂ ਬਹੁਤ ਹੀ ਗਿਆਨ ਦੀਆਂ ਗੱਲਾਂ ਦੱਸੀਆਂ। ਸੋ ਮੈਂ ਉਮੀਦ ਕਰਦਾ ਕਿ ਠੀਕ, ਹਾਂਜੀ ਹਾਂਜੀ, ਹੈਗੇ ਜੀ ਹਾਲੇ ਲਾਈਨ 'ਤੇ ਹਰਬੰਸ ਲਾਲ ਜੀ? ਚਲੋ ਕੋਈ ਨਹੀਂ, ਬ੍ਰੇਕ 'ਤੇ ਆ ਰਹੇ ਹਾਂ। ਚਾਹ ਦਾ ਕੱਪ ਬਣਾ ਕੇ ਰੱਖੋ। ਤੁਹਾਡੇ ਤੋਂ ਬਹੁਤ ਵਿਚਾਰ ਸੁਣਨੇ, ਬਹੁਤ ਭਰਵੀਆਂ ਗੱਲਾਂ ਇਹਨਾਂ ਦੱਸੀਆਂ, ਬਹੁਤ ਹੀ ਇੰਟੈਲੀਜੈਂਟ ਹਰਬੰਸ ਲਾਲ ਜੀ, ਜਿਨ੍ਹਾਂ ਨੇ ਬਹੁਤ ਅੱਛੇ ਅੱਛੇ ਆਪਣੇ ਵਿਚਾਰ ਦਿੱਤੇ। ਜੋ ਕਹਿਣ ਦਾ ਮਤਲਬ, ਜੋ ਸਾਡੇ ਮਹਾਂਪੁਰਸ਼ਾਂ ਨੇ ਜੋ ਪ੍ਰਵਚਨ ਦਿੱਤੇ ਆ ਉਹਨਾਂ 'ਤੇ ਅਸੀਂ ਚੱਲਣਾ ਹੈ, ਔਰ ਜੋ ਵਿਦ ਦਾ ਪੈਸੇਜ ਆਫ ਟਾਈਮ ਅਸੀਂ ਜਾਣਾ ਹੈ। ਜਿਹੜੇ ਸਾਡੇ ਪੁਰਖਿਆਂ ਨੇ ਦੇ ਪੇਵਡ ਦਾ ਵੇ ਫॉर ਅਸ, ਅਸੀਂ ਉਹਨਾਂ ਰਸਤਿਆਂ 'ਤੇ ਚੱਲਣਾ ਹੈ। ਅਗਰ ਅਸੀਂ ਸਿਰਫ ਚੱਲ ਨਹੀਂ ਸਕੇ ਤਾਂ ਫਿਰ ਸਾਡੀ ਕਮਜ਼ੋਰੀ, ਔਰ ਅਗਰ ਅਸੀਂ ਕਿਸੇ ਮੁਕਾਮ 'ਤੇ ਪਹੁੰਚਦੇ ਹਾਂ, ਕੋਈ ਵੀ ਸਮਾਜ, ਕੋਈ ਵੀ ਕੌਮ ਆਦਰਸ਼ ਉਦੋਂ ਬਣਦਾ ਹੈ ਜਦੋਂ ਇੱਕ ਪਰਸਨ ਜਿਹੜਾ ਬਹੁਤ ਉੱਪਰ ਮੁਕਾਮ ਹਾਸਲ ਕਰਦਾ, ਅਗਰ ਉਹ ਪੇ ਬੈਕ ਟੂ ਸੁਸਾਇਟੀ ਨਹੀਂ ਕਰਦਾ ਤਾਂ ਉਹਦਾ ਕੋਈ ਫਾਇਦਾ ਨਹੀਂ ਆ। ਸਮਾਜ ਉੱਪਰ ਇਸ ਕਰਕੇ ਉਦੋਂ ਹੀ ਉੱਠੂਗਾ ਜਦੋਂ ਅਸੀਂ ਅਗਰ ਕਿਸੇ ਮੁਕਾਮ 'ਤੇ ਪਹੁੰਚਦੇ ਹਾਂ। ਅਤੇ ਜਿਹੜੇ ਸਾਡੇ दीन दुखी की सेव में लाग रहे हो रविदास निस्वासर की सेवा से प्रभु मिलन की आस। तो दीन दुखी की सेवा जी उन्होंने ना कि ਅਸੀਂ ਖਾਣ ਪੀਣ ਦੀਆਂ ਚੀਜ਼ਾਂ ਦਿੱਤੀਆਂ, ਇੱਥੇ ਸਾਡੀ ਡਿਊਟੀ ਪੂਰੀ ਨਹੀਂ ਹੋ ਜਾਂਦੀ। ਅਸੀਂ ਉਹਨਾਂ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਐਜੂਕੇਸ਼ਨ ਦੇ ਕੇ ਉਹਨਾਂ ਦਾ ਜਿਹੜਾ ਵਿਵੇਕ ਵਾ ਉਹ ਮਲੀਨ ਤੋਂ ਅਸੀਂ ਉਹਨਾਂ ਨੂੰ ਸਾਫ਼ ਕਰਕੇ, ਜਿਸ ਤਰ੍ਹਾਂ ਹਰਬੰਸ ਲਾਲ ਜੀ ਦੱਸ ਰਹੇ ਸੀਗੇ, ਅਸੀਂ ਉਹਨਾਂ ਨੂੰ ਉੱਪਰ ਉਠਾ ਕੇ ਉਹਨਾਂ ਨੂੰ ਇਸ ਮੁਕਾਮ 'ਤੇ ਲੈ ਕੇ ਆਈਏ ਕਿ ਜਿਹੜੀ ਅੱਜ ਦੀ ਸਟੱਡੀ ਆ ਇਹ ਸਾਇੰਸ ਦਾ ਯੁੱਗ ਆ, ਇੰਟਰਨੈਟ ਦਾ ਯੁੱਗ ਆ। ਜਿਸ ਤਰ੍ਹਾਂ ਦੱਸ ਰਹੇ ਇਕਨੋਮਿਕਸ ਹੋਣਾ ਚਾਹੀਦਾ, ਅਕਾਊਂਟਸ ਹੋਣੇ ਚਾਹੀਦੇ ਆ, ਮੈਥਮੈਟਿਕਸ ਹੋਣਾ ਚਾਹੀਦਾ, ਇੰਗਲਿਸ਼ ਹੋਣੀ ਚਾਹੀਦੀ ਆ, ਪੋਲੀਟੀਕਲ ਸਾਇੰਸ ਹੋਣੀ ਚਾਹੀਦੀ ਆ, ਫਿਜ਼ਿਕਸ ਕੈਮਿਸਟਰੀ ਸਾਰਾ ਹੋਣਾ ਚਾਹੀਦਾ ਆ। ਅਤੇ ਫਿਰ ਅਸੀਂ ਇਹ ਅੱਜ ਦੇ ਜਿਹੜਾ ਹਾਲਾਤ ਜਿਹੜੇ ਚੱਲ ਰਹੇ ਆ ਅਸੀਂ ਪੇਸ ਦੇ ਨਾਲ ਚੱਲ ਸਕਦੇ ਹਾਂ। ਅਦਰਵਾਈਜ਼ ਅਗਰ ਅਸੀਂ ਇਹ ਕਹੀਏ ਕਿ ਅਸੀਂ ਸਿਰਫ ਆਰਟਸ ਰੱਖ ਕੇ ਅਤੇ ਅਸੀਂ ਕੁਛ ਬਣ ਸਕਦੇ ਹਾਂ, ਅੱਜ ਕੱਲ੍ਹ ਦੇ ਹਾਲਾਤ ਵਿੱਚ ਪਹਿਲਾਂ ਹੁੰਦਾ ਸੀ ਕਿ ਅਸੀਂ ਕੁਛ ਕਰ ਸਕਦੇ ਸੀ, ਲੇਕਿਨ ਅੱਜ ਕੱਲ੍ਹ ਤਾਂ ਇੰਡੀਆ ਦੇ ਵਿੱਚ ਸਿਸਟਮ ਹੀ ਉਹਨਾਂ ਨੇ ਇੱਦਾਂ ਦਾ ਬਣਾ ਦਿੱਤਾ ਆ ਕਿ ਜਿਹੜੇ ਗਰੀਬ ਡਾਊਨ ਟਰੋਡਨ ਜਾਂ ਸਾਡੇ ਜੋ ਸਮਾਜ ਹੈ ਉਹਨਾਂ ਨੂੰ ਪੜ੍ਹਨ ਹੀ ਨਹੀਂ ਦਿੰਦੇ। ਪਹਿਲੇ ਤਾਂ ਉਹਨਾਂ ਨੂੰ ਅਦਾਰੇ ਨਹੀਂ ਦਿੰਦੇ,
सो इस करके ये साडा फर्ज बनता जदों असी किसी मुकाम ते पहुँच जाते हैं या असी बाहर बैठे हैं सानू पे बैक टू सोसाइटी जो बाबा साहब अंबेडकर जी का भी संदेश आ कि असी अपने समाज नूं किस तरह उपर उठाना है। सो सतगुरां ने सानू दिखावे तो भी वरजिया कि दिखावा नहीं करना, जो है तुसी वो दिखाना आ, कोई अडंबर नहीं रचने। कोई अज जिस तरह सतगुरु जी का एक श्लोक ही हैगा आ, कहंदे आ कि माथे तिलक हथ जप माला पहना, जो कि जग ठगने को सुहाग बनाया, मार्ग छाड़ कुमार्ग ढाइके, मार्ग छाड़ कुमार्ग ढाइके, साची प्रीत बिन राम ना पाया। कबीर साहब कहंदे आ माथे तिलक हथ बाना माला, लोगन राम खिलौना जाना, लोग कहे कबीर बोराना, कबीर का मर्म राम पहचाना, कबीर का मर्म राम पहचाना। सो सानू दिखावे तो सतगुरु जी तो बहुत अपनी बाणी दे विच बहुत जगह दसदे हैं, सांस ओ सांस चढ़ावे बोबिद बैठो सुन समाधि, फाटियो कान भभूत तन लाई, अन परमित बैरागी, तीरथ बरत किए बहु तेरे, कथा बस्त वो साने, कह रविदास मिलियो गुरपुरे, जो अंतर हर मिलाने। वो सच्चा सतगुरु हुंदा जो अंदरों ही परमात्मा के दर्शन भाव अंदरों ही दस दिंदा कि तुहानू की करना है। सो इस तरह के प्रवचन सानू हर धर्म की रिस्पैक्ट के नाल नाल, अपने धर्म की रिस्पैक्ट के नाल नाल सारे धर्मां की रिस्पैक्ट, क्योंकि हर एक धार्मिक ग्रंथ में बहुत महान महान प्रवचन लिखे हैं और उन्हां दी रिस्पैक्ट जिथों भी सानू कोई चंगी चीज़ मिलती है सानू ग्रहण करनी चाहिए है, जिथों सानू कोई बुरी चीज़ मिलती है सानू उसनूं छड्ड देना चाहिए है। सो टाइम समाप्त हो रहा, ब्रेक तो बाद फिर आपां मिलदे हां नवें मुद्दे दे नाल। नवें मुद्दे जिहड़े आ, जिस तरह साडा 1 जनवरी भीमा कोरेगांव और दूसरा साडे सत्कारयोग माता सवित्री। सो जय गुरुदेव, धन गुरुदेव। ब्रेक तो बाद मिलते हैं जी।